ਸਾਰਿਆਂ ਦਾ ਇੱਕ ਹੋਰ ਨੈਟ ਦੀ ਕਲਾਸ ਦੇ ਵਿੱਚ ਜੋ ਆਪਣੀ ਟੈਸਟ ਸੀਰੀਜ਼ ਸ਼ੁਰੂ ਕੀਤੀ ਹੈ ਉਸ ਦੇ ਵਿੱਚ ਆਪਾਂ ਕਰ ਰਹੇ ਹਾਂ ਇਸ ਦਾ ਪਾਰਟ 3। 2 ਪਾਰਟ ਪਹਿਲਾਂ ਆਪਾਂ ਕਰ ਚੁੱਕੇ ਹਾਂ, ਉਹ ਤੁਸੀਂ ਦੇਖ ਸਕਦੇ ਹੋ। ਨੀਚੇ ਤੁਹਾਨੂੰ ਲਿੰਕ ਮਿਲ ਜਾਣਗੇ, ਉਹ ਦੋਨੇ ਪਾਰਟ ਵੇਖ ਸਕਦੇ ਹੋ। ਜਾਂ ਕਿਸੇ ਨੇ ਹੋਰ ਵੀ ਇਸ ਤੋਂ ਅੱਗੇ ਵੀ ਪਾਰਟ ਆਪਾਂ ਕਰਾਂਗੇ ਉਹਦੇ ਵਿੱਚ, ਜਾਂ ਤੁਸੀਂ ਨੈਟ ਦੀ ਤਿਆਰੀ ਕਰ ਰਹੇ ਹੋ ਤਾਂ ਇਹਨਾਂ ਪਾਰਟ ਨੂੰ ਜ਼ਰੂਰ ਵੇਖ ਲਓ, ਤੁਹਾਨੂੰ ਆਈਡੀਆ ਮਿਲ ਜਾਏਗਾ ਕੁਐਸਚਨ ਕਿਸ ਤਰ੍ਹਾਂ ਦੇ ਆਉਂਦੇ ਨੇ, ਤਾਂ ਉਹਦਾ ਸੌਖੇ ਤਰੀਕੇ ਨਾਲ ਤੁਸੀਂ ਉਹਦਾ ਆਨਸਰ ਕਿਵੇਂ ਫਾਈਂਡ ਕਰ ਸਕਦੇ ਹੋ। ਜੇ ਤੁਹਾਨੂੰ ਕੋਈ ਜ਼ਿਆਦਾ ਉਹਦੇ ਵਿੱਚੋਂ ਆਪਸ਼ਨ ਨੇ ਉਹਨਾਂ ਵਿੱਚੋਂ ਨਹੀਂ ਪਤਾ ਲੱਗ ਰਿਹਾ ਤਾਂ ਥੋੜ੍ਹਾ ਜਿਹਾ ਆਈਡੀਆ ਇੱਕ ਦਿੱਤਾ ਹੋਇਆ ਗਾ ਕਿ ਸੌਖੇ ਤਰੀਕੇ ਨਾਲ ਤੁਸੀਂ ਕਿਵੇਂ ਆਪਦਾ ਜਿਹੜਾ ਸਹੀ ਆਨਸਰ ਤੱਕ ਪਹੁੰਚ ਸਕਦੇ ਹੋ। ਥੋੜ੍ਹੀ ਜਿਹੀ ਅਪਰੋਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਪੇਪਰ ਨੂੰ ਹੱਲ ਕਿਸ ਤਰੀਕੇ ਨਾਲ ਕਰੀਦਾ। ਇਹ ਸਾਰੀਆਂ ਗੱਲਾਂ ਕੀਤੀਆਂ ਹੋਈਆਂ ਨੇ ਜੀ ਇਹਨਾਂ ਟੈਸਟ ਸੀਰੀਜ਼ ਦੇ ਵਿੱਚ। ਇਹ ਆਪਣਾ ਤੀਜਾ ਭਾਗ ਹੈ ਜੀ, ਉਹ ਆਪਾਂ ਸ਼ੁਰੂ ਕਰਨ ਲੱਗੇ ਹਾਂ। ਅਸੀਂ ਪਹਿਲਾ ਸਵਾਲ ਆਪਾਂ ਸ਼ੁਰੂ ਕਰਦੇ ਹਾਂ ਜੀ। ਭਾਸ਼ਾ ਸ਼ਾਸਤਰ ਦਾ ਮੁੱਖ ਖੇਤਰ ਕੀ ਹੈ ਜੀ? ਜਾਂ ਆਪਾਂ ਭਾਸ਼ਾ ਸ਼ਾਸਤਰ ਦੀ ਆਪਾਂ ਗੱਲ ਕਰੀਏ ਜੀ, ਭਾਸ਼ਾ ਦਾ ਆਧਾਰ ਕੀ ਹੁੰਦਾ ਜੀ? ਅਰਥਾਂ ਦੇ ਵਿੱਚ ਜੋ ਪਰਿਵਰਤਨ ਆ ਰਿਹਾ ਜੀ ਉਸ ਨੂੰ ਆਧਾਰ ਬਣਾਉਂਦੇ ਨੇ ਜੀ ਭਾਸ਼ਾ ਸ਼ਾਸਤਰ ਵਾਲੇ। ਉਸ ਦੀ ਆਪਾਂ ਗੱਲ ਕਰੀਏ ਤਾਂ ਉਸ ਤੋਂ ਬਾਅਦ ਰੂਪ ਵਿਗਿਆਨ ਦੇ ਵਿੱਚ ਕਾਸ ਦੀ ਗੱਲ ਕੀਤੀ ਜਾਂਦੀ ਹੈ ਜੀ। ਸ਼ਬਦਾਂ ਦੀ ਜੋ ਅੰਦਰੂਨੀ ਕੈਲੋਜੀ ਯੁਕਤ ਹੁੰਦੀ ਹੈ ਉਸ 'ਤੇ ਇਹ ਸਾਰੀ ਵਿਚਾਰਧਾਰਾ ਚੱਲਦੀ ਹੈਗੀ ਹੈ। ਕਰਮਕ ਕਿਰਿਆ ਕੀ ਹੁੰਦੀ ਹੈ ਜੀ? ਕਰਮਕ ਕਿਰਿਆ ਦੇ ਬਾਰੇ ਤੁਸੀਂ ਸਾਰਿਆਂ ਨੂੰ ਪਤਾ ਹੀ ਹੋਏਗਾ। ਤਾਂ ਇਹਦਾ ਵਿਉਂਤਪੱਤੀ ਨਾਲ, ਵਿਆਕਰਨ ਦੇ ਰੂਪਾਂਤਰ ਦੇ ਨਾਲ, ਆਧਾਰ ਦੇ ਨਾਲ, ਅਧਿਕਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜੀ। ਇਸ ਦਾ ਲੈਣਾ ਦੇਣਾ ਸਿਰਫ ਇਸ ਦੇ ਨਾਲ ਹੁੰਦਾ, ਸ਼ਬਦਾਂ ਦੇ ਵਿਚਰਨ ਦੇ ਨਾਲ। ਕਰਮਕ ਕਿਰਿਆ ਕਿਸ ਦੀ ਹੁੰਦੀ ਹੈ, ਕਿਸ ਤਰ੍ਹਾਂ ਦੀ ਹੁੰਦੀ ਹੈ, ਉਹ ਤੁਸੀਂ ਸਾਰੇ ਜਾਣਦੇ ਹੋ। ਭਾਰਤੀ ਯੂਰਪੀ ਪਰਿਵਾਰ ਦੀ ਸ਼ਾਖਾ ਕਿਹੜੀ ਹੈ ਜੀ? ਭਾਰਤ ਦੇ ਯੂਰਪ ਪਰਿਵਾਰ ਦੀ ਸ਼ਾਖਾ ਇਹਨਾਂ ਵਿੱਚੋਂ ਕਿਹੜੀ ਹੈ ਜੀ? ਉਹ ਤੁਸੀਂ ਦੱਸਣਾ ਜੀ। ਦੋਨਾਂ ਦਾ ਮਿਕਸਅਪ। ਆਸਟ੍ਰੇਲੀਆ ਨਹੀਂ ਹੋ ਸਕਦੀ, ਤਿੱਬਤੀ ਨਹੀਂ ਹੋ ਸਕਦੇ ਜੀ, ਇਹਦੇ ਵਿੱਚ ਯੂਰਪ ਨਹੀਂ ਸ਼ਾਮਿਲ ਹੁੰਦਾ ਜੀ। ਹਾਮੀ ਪਰਿਵਾਰ ਨਹੀਂ ਹੋ ਸਕਦਾ, ਇਕੱਲਾ ਕੈਲਟਿਕ ਜੋ ਹੈਗਾ ਜੀ ਇਹ ਬਚਦਾ। ਇਹ ਇਹਦਾ ਸਹੀ ਆਨਸਰ ਹੈ। ਉਸ ਤੋਂ ਬਾਅਦ ਆਪਾਂ 5 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਜੀ। ਸੰਘੋਸ਼ ਧੁਨੀਆਂ ਦਾ ਸੰਬੰਧ ਕਾਹਦੇ ਨਾਲ ਹੁੰਦਾ ਜੀ? ਸਾਰਿਆਂ ਨੂੰ ਪਤਾ ਜੀ, ਜੋ ਧੁਨੀਆਂ ਹੁੰਦੀਆਂ ਨੇ ਜੀ ਉਹ ਕਿੱਥੋਂ ਕਾਰਜ ਕਰਦੀਆਂ ਨੇ? ਤਾਂ ਉਹ ਫੇਫੜਿਆਂ ਤੋਂ ਕਰਦੀਆਂ ਜੀ। ਇਹਦਾ ਸਹੀ ਆਨਸਰ ਹੈ। ਉਸ ਤੋਂ ਬਾਅਦ ਆਪਾਂ 6 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚੋਂ ਹਾਕਟ ਅਨੁਸਾਰ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਦਾ ਜੁੱਟ ਕਿਹੜਾ ਹੈਗਾ? ਭਾਸ਼ਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ ਜੀ ਉਸ ਦੇ ਅਨੁਸਾਰ? ਹਾਕਟ ਦੇ ਅਨੁਸਾਰ ਤਾਂ ਉਹਦੇ ਵਿੱਚ ਕੀ ਹੁੰਦਾ ਜੀ? ਉਤਪਾਦਨ ਨਹੀਂ ਹੁੰਦਾ ਜੀ, ਪਰਿਵਰਤਨ ਨਹੀਂ ਹੁੰਦਾ ਜੀ, ਇਸ ਤੋਂ ਬਿਨਾਂ ਜੀ ਸਥਾਪਨ ਹੁੰਦਾ ਜੀ, ਅਤੇ ਅੰਤਰਾ ਹੁੰਦਾ ਗਾ। ਇਹ ਵਾਲੇ ਗੁਣ ਇਹਦੇ ਵਿੱਚ ਸ਼ਾਮਲ ਹੁੰਦਾ, ਉਸ ਦੀ ਗੱਲ ਕੀਤੀ ਹੋਈ ਹੈ। ਉਸ ਤੋਂ ਬਾਅਦ ਆਪਾਂ 7ਵੇਂ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ? ਨਹੀਂ ਆਪਾਂ ਦੱਸਣਾ ਜੀ, ਬਾਕੀ ਸਾਰੇ 3 ਸਹੀ ਨੇ, ਸਿਰਫ ਇੱਕ ਗਲਤ ਹੈ। ਉਹ ਆਪਾਂ ਦੱਸਣਾ ਕਿਹੜੇ ਇਹਨਾਂ ਵਿੱਚੋਂ 3 ਸਹੀਆਂ ਦੇ ਵਿੱਚੋਂ ਇੱਕ ਗਲਤ ਕਿਹੜਾ ਹੈਗਾ। 4 ਟੋਟਲ ਆਪਾਂ ਨੂੰ ਦਿੱਤੇ ਨੇ, 3 ਸਹੀ ਨੇ, ਇੱਕ ਹੀ ਗਲਤ ਹੈ। ਉਸ ਦੀ ਆਪਾਂ ਗੱਲ ਕਰਾਂਗੇ। ਗਲਤ ਕਿਹੜਾ ਜੀ ਉਸ ਦੀ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਸੌਖੇ ਤਰੀਕੇ ਨਾਲ ਆਪਾਂ ਨੂੰ ਮਿਲ ਜਾਏਗਾ। ਫਸਟ ਕਾਲ ਇੱਕ ਕੈਲੋਜੀ ਇੱਕ ਵਿਗਿਆਨਿਕ ਸ਼੍ਰੇਣੀ ਹੈ, ਠੀਕ ਹੈ ਜੀ। ਸੂਚਨਾ ਕਿਰਿਆ ਤੋਂ ਮਿਲਦੀ ਹੈ, ਇਹ ਵੀ ਸਹੀ ਹੈ ਜੀ, ਆਪਾਂ ਨੂੰ ਪਤਾ ਹੈਗਾ। ਉਸ ਤੋਂ ਬਾਅਦ ਜੀ ਕਾਲ ਸੂਚਨਾ ਕਿਰਿਆ ਦੀ ਗੱਲ ਹੋ ਗਈ, ਅਤੇ ਉਹ ਦੋਨੇ ਹੋ ਗਏ ਜੀ, ਸਹੀ ਹੈ ਜੀ। ਲਾਸਟ ਵਾਲਾ ਕਾਲ ਦਾ ਸੰਬੰਧ ਸਮੇਂ ਦੇ ਬਦਲਣ ਦੇ ਨਾਲ ਹੈ। ਇਸ ਦੀ ਆਪਾਂ ਸਮੇਂ ਬਦਲਣ ਦੇ ਨਾਲ ਨਹੀਂ ਹੁੰਦਾ ਜੀ, ਇਹਦਾ ਕਾਲ ਦਾ ਸੰਬੰਧ ਦਾ ਜੋ ਆਪਾਂ ਗੱਲ ਕਰਦੇ ਹਾਂ ਕਿਹਦੇ ਨਾਲ ਹੁੰਦਾ ਜੀ? ਜੋ ਸਮਾਂ ਬੀਤ ਗਿਆ ਉਸ ਦੇ ਨਾਲ ਸੰਬੰਧ ਹੈ। ਸਮੇਂ ਬਦਲਣ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜੀ। ਸਮਾਂ ਤਾਂ ਹਮੇਸ਼ਾ ਆਪਦੀ ਚਾਲ ਚੱਲਦਾ ਰਹਿੰਦਾ ਗਾ, ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਅਗਲਾ ਸਮਾਂ ਕਿਸ ਤਰ੍ਹਾਂ ਦਾ ਆਏਗਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਿਰਫ ਕਾਲ ਦਾ ਜੋ ਆਪਾਂ ਗੱਲ ਕਰ ਰਹੇ ਹਾਂ ਜੀ, ਕਾਲ ਦਾ ਸੰਬੰਧ ਜੋ ਕਿਰਿਆਵਾਂ ਦੇ ਨਾਲ ਗੱਲ ਕਰੀਏ ਜੀ, ਵਿਗਿਆਨਕ ਸ਼੍ਰੇਣੀ ਦੇ ਨਾਲ, ਉਹਨਾਂ ਕਿਰਿਆਵਾਂ ਦੀ ਜਿਹੜੀ ਹੈਗੀ ਹੈ ਗੱਲ ਉਹਦੇ ਵਿੱਚ ਕੀਤੀ ਹੋਈ ਮਿਲਦੀ ਹੈ। ਇੱਕ ਜਿਹੜਾ ਨਹੀਂ ਮਿਲਦੀ ਗੱਲ ਉਹ ਹੈਗੀ ਹੈ ਜੀ ਕਾਲ ਦਾ ਸੰਬੰਧ ਸਮੇਂ ਬਦਲਣ ਦੇ ਨਾਲ, ਉਹ ਕੋਈ ਲੈਣਾ ਦੇਣਾ। ਕੱਲ੍ਹ ਵੀ ਸਮਾਂ ਬਦਲਦਾ ਸੀ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਰਹਿੰਦਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਸੰਕਲਪ ਅਤੇ ਚਿੰਤਕ ਦਾ ਜੋ ਸਹੀ ਕ੍ਰਮ ਕਿਹੜਾ ਹੈਗਾ ਜੀ। ਆਪਾਂ ਨੂੰ ਕੁਛ ਲੇਖਕ ਦਿੱਤੇ ਹੋਏ ਨੇ ਜੀ, ਉਹਨਾਂ ਦੇ ਸੰਕਲਪ ਨੇ ਕੁਛ ਦਿੱਤੇ ਹੋਏ, ਤਾਂ ਆਪਾਂ ਉਹਨਾਂ ਦਾ ਮਿਲਾਨ ਕਰਨਾ ਗਾ ਜੀ। ਸਾਰਿਆਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਕਈਆਂ ਦਾ ਤੁਸੀਂ ਆਪ ਹੀ ਜਾਣਦੇ ਹੋਵੋਗੇ ਜੀ।
ਤਾਂ ਸਭ ਤੋਂ ਪ੍ਰਕਾਸ਼ ਜੀ ਵਿਗਿਆਨ ਦਾ ਆਪਾਂ ਗੱਲ ਕਰੀਏ ਤਾਂ ਇਸ ਦਾ ਭਾਸ਼ਾ ਵਿਗਿਆਨ ਦੀ ਗੱਲ ਕਿਹਦਾ ਸਿਧਾਂਤ ਹੈ ਜੀ? ਹੈਲੀਡੇ ਦਾ। ਠੀਕ ਹੈ, ਤਾਂ ਮਿਥ ਦੀ ਗੱਲ ਕਰਦਾ ਕੌਣ ਹੈ ਜੀ? ਮਿਥ ਦੀ ਗੱਲ ਕਿਸ ਨੇ ਕੀਤੀ ਆ? ਤਾਂ ਲੇਵੀ ਸਤਰੌਸ ਦੀ ਮਿਲਦੀ ਹੈ ਆਪਾਂ ਨੂੰ ਕੀਤੀ ਹੋਈ ਗੱਲ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪ੍ਰਤੀਕ ਦੀ ਗੱਲ। ਤਾਂ ਸਾਰਿਆਂ ਨੂੰ ਹੀ ਪਤਾ ਹੈ ਜੀ ਪ੍ਰਤੀਕ ਦੀ ਗੱਲ ਕੌਣ ਕਰਦਾ ਗਾ ਜੀ? ਠੀਕ ਹੈ ਜੀ, CS ਪੀਅਰਸਨ ਨੇ ਕੀਤੀ ਹੈ ਜੀ, ਉਹਨਾਂ ਦੀ ਆਪਾਂ ਗੱਲ ਕਰਦੇ ਹਾਂ। ਤਾਂ ਉਸ ਤੋਂ ਬਾਅਦ ਲਾਸਟ ਬਚ ਗਿਆ ਕਿਹੜਾ ਜੀ? ਆਪਾਂ ਗੱਲ ਕਰੀਏ ਤਾਂ ਯੁੱਗ ਨੇ ਕੀ ਕੀਤੀ ਹੈ ਜੀ? ਤਾਂ ਆਰਟੀ ਟਾਈਪ ਜੋ ਹੁੰਦੇ ਨੇ ਜੀ ਉਹਨਾਂ ਦੀ ਗੱਲ ਕੀਤੀ ਹੋਈ ਹੈ। ਇਹਦੇ ਅਨੁਸਾਰ ਜਿਹੜਾ ਆਪਣਾ ਫਸਟ ਦਾ ਕੀ ਹੈਗਾ ਕਾਲਮ B ਦੇ ਨਾਲ ਹੈ। ਤਾਂ ਆਪਾਂ ਗੱਲ ਕਰੀਏ ਤਾਂ ਫਸਟ ਇਹਦਾ ਆਪਸ਼ਨ ਹੋਏਗਾ ਜੀ, ਫਸਟ B, ਸੈਕੰਡ D, ਤਾਂ ਉਸ ਤੋਂ ਬਾਅਦ A ਔਰ C ਇਹਦੇ ਆਪਸ਼ਨ ਨੇ ਜੀ, ਇਹਦੇ ਵਿੱਚੋਂ ਮਿਲ ਸਕਦੀ ਹੈ। ਕਰੀਏ 9ਵੇਂ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਇਸ ਵਿੱਚ ਨਿਊਰੋ ਭਾਸ਼ਾ ਵਿਗਿਆਨ ਦੀ ਆਪਾਂ ਗੱਲ ਕੀਤੀ ਹੈ ਜੀ। ਕਿਹੜਾ ਜੁੱਟ ਸਹੀ ਹੈ ਜੀ? ਸਹੀ ਦੀ ਆਪਾਂ ਗੱਲ ਕਰਨੀ ਹੈ ਇਹਦੇ ਵਿੱਚੋਂ। ਠੀਕ ਹੈ, ਤਾਂ ਤੁਸੀਂ ਸਾਰੇ ਕੋਸ਼ਿਸ਼ ਕਰੋ ਜੀ ਆਨਸਰ ਕਰਨਾ ਜੀ ਕਮੈਂਟ ਬਾਕਸ ਦੇ ਵਿੱਚ, ਇਹਦਾ ਆਨਸਰ ਸਹੀ ਕਿਹੜਾ ਗਾ। ਅਤੇ ਭਾਸ਼ਾ ਦਾ ਸੰਬੰਧ ਕਿਹਦੇ ਨਾਲ ਹੈ ਜੀ? ਠੀਕ ਹੈ, ਤਾਂ ਇਹਦਾ ਆਨਸਰ ਸਹੀ ਹੈ ਜੀ ਭਾਸ਼ਾ ਅਤੇ ਦਿਮਾਗ ਦੇ ਨਾਲ। ਉਪਭਾਸ਼ਾ ਦੀ ਹੱਦਬੰਦੀ ਦੀ ਵਿਧੀ ਨਹੀਂ ਹੈ, ਇੱਥੇ ਨਹੀਂ ਸ਼ਬਦ ਹੈ ਜੀ, ਇਹ ਯਾਦ ਰੱਖਿਓ। ਤਾਂ ਇਹਦੇ ਵਿੱਚੋਂ ਬਾਕੀ 3 ਸਹੀ ਆਨਸਰ ਨੇ ਜੀ, ਇੱਕ ਆਨਸਰ ਗਲਤ ਹੈ, ਉਸ ਦੀ ਆਪਾਂ ਗੱਲ ਕਰਦੇ ਹਾਂ ਜੀ। ਜਿਸ ਦੀ ਭਾਸ਼ਾ ਦੇ ਉਪਭਾਸ਼ਾ ਦੇ ਵਿੱਚ ਵਰਤੋਂ ਨਹੀਂ ਹੁੰਦੀ ਜੀ। ਰੀਤੀ ਰਿਵਾਜ਼ਾਂ ਦੀ ਸਮੱਗਰੀ ਇਕੱਠੀ ਕਰਨਾ, ਇਹ ਵਾਲਾ ਇਹਦੇ ਵਿੱਚ ਸ਼ਾਮਲ ਨਹੀਂ ਹੁੰਦਾ। ਬਾਕੀ ਸਾਰੇ ਤਿੰਨੇ ਇਹ ਉਪਭਾਸ਼ਾ ਦੇ ਨਾਲ ਸੰਬੰਧਿਤ ਹੁੰਦੇ ਆ ਜੀ। ਖੇਤਰ ਦੇ ਨਕਸ਼ੇ ਬਣਾਉਣਾ ਜੀ, ਸ਼ਬਦਾਂ ਦੀ ਸਮੱਗਰੀ ਇਕੱਠੀ ਕਰਨਾ ਹੋ ਗਿਆ ਜੀ। ਠੀਕ ਹੈ, ਇਸ ਤਰ੍ਹਾਂ ਦੇ ਉਹਨਾਂ ਨੂੰ ਰੇਖਾਵਾਂ ਦੇ ਰਾਹੀਂ ਪੇਸ਼ ਕਰਦੇ ਨੇ ਇੱਕ। ਠੀਕ ਹੈ, ਇਕੱਲਾ ਰੀਤੀ ਰਿਵਾਜ਼ਾਂ ਦੀ ਸਮੱਗਰੀ ਇਕੱਠੀ ਕਰਨਾ ਉਪਭਾਸ਼ਾ ਦੇ ਵਿੱਚ ਸ਼ਾਮਲ ਨਹੀਂ ਹੁੰਦਾ ਗਾ, ਉਹ ਸੱਭਿਆਚਾਰ ਦੇ ਵਿੱਚ ਸ਼ਾਮਲ ਹੁੰਦਾ ਜੀ। 11 ਨੰਬਰ ਦੀ ਆਪਾਂ ਗੱਲ ਕਰੀਏ, ਕੋਈ ਵੀ ਇੱਕ ਧੁਨੀ ਕਿਸੇ ਪ੍ਰਸੰਗ ਵਿੱਚ ਨਿਖੇੜੂ ਜਾਂ ਜ਼ਰੂਰੀ ਨਹੀਂ ਹੈ ਜੇਕਰ ਦੂਸਰੇ ਪ੍ਰਸੰਗ ਵਿੱਚ ਨਿਖੇੜੂ ਹੀ ਹੋਵੇ। ਇਹ ਕਿਸ ਦਾ ਕਥਨ ਹੈ ਜੀ? ਤੁਸੀਂ ਕਥਨ ਦੱਸੋ ਜੀ ਸਾਰੇ ਕਮੈਂਟ ਬਾਕਸ ਦੇ ਵਿੱਚ ਜਾ ਕੇ। ਇਹ ਹੈਗਾ ਜੀ ਫਾਰਥ ਦਾ। ਠੀਕ ਹੈ, ਤਾਂ ਇਸ ਦੀ ਆਪਾਂ ਗੱਲ ਕਰ ਚੁੱਕੇ ਹਾਂ ਜੀ ਪਹਿਲਾਂ ਵੀ, ਕਦੇ ਕੁਐਸਚਨ ਕੀਤੇ ਆ ਜੀ, ਉਹਨਾਂ ਦੇ ਵਿੱਚ ਇਹਦਾ ਜ਼ਿਕਰ ਮਿਲਦਾ ਗਾ। ਕਥਨਾਂ ਦੀ ਗੱਲ ਕਰੀਏ ਜੀ, ਪਦਾਰਥਕ ਸੱਭਿਆਚਾਰ ਦਾ ਸੰਬੰਧ ਭੌਤਿਕ ਸੰਰਚਨਾਵਾਂ ਦੇ ਨਾਲ ਹੁੰਦਾ ਜੀ, ਸਹੀ ਹੈ। ਚੈਨਿਕ ਸੱਭਿਆਚਾਰ ਦਾ ਸੰਬੰਧ ਸੰਕਲਪੀ ਸੱਭਿਆਚਾਰ ਦੇ ਨਾਲ ਹੁੰਦਾ ਜੀ, ਸਹੀ ਹੈ। ਤਾਂ ਉਹ ਕਿਉਂਕਿ ਚੈਨਿਕ ਸੱਭਿਆਚਾਰ ਵਸਤੂ ਜਗਤ ਦੀਆਂ ਕਹਿ ਲਓ ਜੀ ਚਿੰਨ੍ਹਾਂ ਵਿੱਚ ਢਲਦਾ ਹੈ ਅਤੇ ਪਦਾਰਥਕ ਸੱਭਿਆਚਾਰ ਦੇ ਚਿੰਨ੍ਹਾਂ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ ਜੀ। ਥੋੜ੍ਹਾ ਜਿਹਾ ਇਹ ਸਹੀ ਵੀ ਹੈ ਅਤੇ ਗਲਤ ਵੀ ਹੈ। ਇਹਦੇ ਵਿੱਚੋਂ ਆਪਸ਼ਨਾਂ ਦੇ ਵਿੱਚੋਂ ਦੇਖਾਂਗੇ ਆਪਾਂ ਨੂੰ ਆਨਸਰ ਕੀ ਆ। ਫਸਟ ਸਹੀ ਹੈ ਜੀ, ਦੂਜਾ ਨਾ ਸਹੀ ਹੈ ਨਾ ਗਲਤ ਹੈ, ਅੱਧ ਵਿਚਾਲੇ ਜੇ ਆ। ਤਾਂ ਉਹਨੂੰ ਕੀ ਆਨਸਰ ਮਿਲੇਗੇ? ਦੋਨੇ ਗਲਤ ਹੈ, ਇਹ ਨਹੀਂ ਆਪਣਾ ਆਨਸਰ ਜੀ। ਦੋਵੇਂ ਸਹੀ ਹੈ, ਇਹ ਵੀ ਨਹੀਂ ਆਨਸਰ। ਦੋਵੇਂ ਗਲਤ ਹੈ, ਇਹ ਵੀ ਨਹੀਂ ਆਨਸਰ। ਤਾਂ ਫਸਟ ਆਂਸਰ ਦੇ ਵਿੱਚ ਜਿਹੜਾ ਆਨਸਰ ਮਿਲੇਗਾ ਜੀ ਉਹ ਫਸਟ ਵਾਲਾ ਹੀ ਮਿਲੇਗਾ ਆਪਾਂ ਨੂੰ। 13ਵੇਂ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕੀ ਦਿੱਤਾ। ਡਾਕਟਰ ਬਲਵੀਰ ਸਿੰਘ ਸੰਧੂ ਨੇ ਭੱਬੇ ਤੋਂ ਘੱਗੇ ਤੱਕ ਦੀ ਜਿਹੜੀ ਪਾਲ ਨੂੰ ਗੁਰਮੁਖੀ ਵਿੱਚੋਂ ਧੁਨੀ ਦੇ ਆਪਾਂ ਗੱਲ ਕਰਦੇ ਹਾਂ ਜੀ, ਧੁਨੀ ਵਿਗਿਆਨਕ ਕਾਰਨਾਂ ਕਰਕੇ ਕੱਢ ਦੇਣ ਦੀ ਵਕਾਲਤ ਕੀਤੀ ਹੈ ਜੀ। ਇਹ ਕਥਨ ਸਹੀ ਹੈ ਜਾਂ ਨਹੀਂ ਹੈ, ਤੁਸੀਂ ਕਮੈਂਟ ਕਰਕੇ ਦੱਸਣਾ ਜੀ। ਇਹਦਾ ਸਹੀ ਆਨਸਰ ਹੈ ਜੀ, ਕਿਉਂਕਿ ਸ਼ਬਦ ਜੋੜਾਂ ਦਾ ਵਰਤਾਰਾ ਜੀ ਉਚਾਰ ਦੇ ਨਾਲ ਸੰਬੰਧ ਰੱਖਦਾ ਹੈ ਅਤੇ ਗੁਰਮੁਖੀ ਉਚਾਰ ਮੂਲਕ ਲਿਪੀ ਹੈ ਜੀ। ਉਚਾਰ ਆਪਾਂ ਕਰਦੇ ਹਾਂ ਜੀ ਸਾਰੇ, ਤੁਹਾਨੂੰ ਸਾਰਿਆਂ ਨੂੰ ਪਤਾ ਜੀ। ਭਾਸ਼ਾ ਦੇ ਵਿੱਚ ਪਰਿਵਰਤਨ ਵਾਪਰਦਾ ਰਹਿੰਦਾ, ਉੱਥੇ ਲਿਪੀ ਦੇ ਵਿੱਚ ਵੀ ਤਬਦੀਲੀ ਕਹਿ ਲਓ ਜੀ ਕਰ ਲੈਣੀ ਉਚਿਤ ਗੱਲ ਹੈ। ਇਹ ਉਹਨਾਂ ਦੀ ਸਹੀ ਗੱਲ ਹੈ ਜੀ, ਦੋਨੇ ਗੱਲਾਂ ਸਹੀ ਨੇ। ਤਾਂ ਇਹਦੇ ਵਿੱਚੋਂ ਆਪਸ਼ਨ ਦੇ ਵਿੱਚੋਂ ਦੇਖਾਂਗੇ ਜੀ ਦੋਵੇਂ ਗੱਲਾਂ ਸਹੀ ਕਿਹੜੇ ਦੇ ਵਿੱਚ ਆਨਸਰ ਲਾਸਟ ਦੇ ਵਿੱਚ ਆਪਾਂ ਨੂੰ ਮੌਜੂਦ ਮਿਲਦਾ। ਸਾਹਿਤਕ ਸਮੀਖਿਆ ਦਾ ਖੇਤਰ ਕਿਹੜਾ ਹੁੰਦਾ ਜੀ? ਜੇ ਆਪਾਂ ਸਾਹਿਤਕ ਸਮੀਖਿਆ ਦੀ ਗੱਲ ਕਰਦੇ ਹਾਂ ਤਾਂ ਉਹਦਾ ਖੇਤਰ ਕੀ ਹੁੰਦਾ ਜੀ? ਰਚਨਾਵਾਂ 'ਤੇ ਮੁਲਾਂਕਣ ਕਰਨਾ ਨਹੀਂ ਜੀ, ਲੇਖਕ ਅੰਤਰ ਮੁਲਾਂਕਣ ਕਰਨਾ ਨਹੀਂ ਜੀ, ਰਚਨਾਵਾਂ ਦਾ ਬਹੁ ਪੱਧਰੀ ਅਤੇ ਬਹੁ ਪ੍ਰਸਾਰੀ ਮੁਲਾਂਕਣ ਕਰਨਾ, ਇਹ ਇਹਦਾ ਸਹੀ ਹੈ ਜੀ ਆਨਸਰ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ 15ਵਾਂ ਸਵਾਲ। 15ਵੇਂ ਦੇ ਸਾਹਿਤ ਅਤੇ ਸਮਾਜ ਦੀ ਨੇੜਤਾ ਦਾ ਰਿਸ਼ਤਾ ਕੀ ਹੈ? ਕਿਉਂਕਿ ਨੇੜਤਾ ਉਹਨਾਂ ਦੇ ਕਾਹਦੇ ਕਾਰਨ ਹੈ ਜੀ, ਆਪਾਂ ਉਹਦੀ ਗੱਲ ਕਰਾਂਗੇ ਤਾਂ ਉਹ ਆਪਾਂ ਨੂੰ ਆਨਸਰ ਮਿਲ ਜਾਏਗਾ ਕਾਹਦੇ ਵਿੱਚੋਂ ਜੀ?
ਸਾਹਿਤ ਅਤੇ ਸਮਾਜ ਦੀ ਗੱਲ ਕਿਹਦੇ ਕਰਕੇ ਹੁੰਦੀ ਹੈ ਜੀ? ਮਨੁੱਖ ਦੇ ਕਰਕੇ। ਠੀਕ ਹੈ, ਤਾਂ ਉਹਦੇ ਵਿੱਚ ਆਨਸਰ ਵਿੱਚ ਸਾਹਿਤ ਅਤੇ ਮਨੁੱਖ ਇੱਕ ਸਮਾਜਿਕ ਪ੍ਰਾਣੀ ਬਣਦਾ ਜੀ। ਇਹ ਤਾਂ ਕਥਨ ਇਹ ਸਹੀ ਹੈ ਜੀ। ਸਾਹਿਤ ਦੀ ਆਪਾਂ ਗੱਲ ਕਰਦੇ ਹਾਂ, ਮਨੁੱਖ ਦੀ ਸਮਾਜਿਕ ਪ੍ਰਬੰਧਾਂ ਦੀ ਗੱਲ ਕਰਦੇ ਹਾਂ, ਅਤੇ ਅੰਤਰ ਦੀ ਜੋ ਸੰਬੰਧਾਂ ਦੀ ਪੇਸ਼ਕਾਰੀ ਕਰਦਾ ਜੀ। ਇਹਦਾ ਸਹੀ ਆਨਸਰ ਹੈ। ਕਥਨ ਦੀ ਆਪਾਂ ਗੱਲ ਕਰੀਏ ਜੀ, ਉਸ ਤੋਂ ਬਾਅਦ ਆਪਾਂ ਨੂੰ ਜੋ ਕਥਨ ਦਿੱਤਾ ਗਿਆ ਉਸ ਦੀ ਆਪਾਂ ਗੱਲ ਕਰੀਏ, ਵਾਰ ਅਤੇ ਜੰਗਨਾਮਾ ਦੋਵੇਂ ਰੂਪ ਯੁੱਧ ਦਾ ਵਰਣਨ ਕਰਦੇ ਆ। ਸਹੀ ਹੈ ਜੀ। ਨਾਇਕ ਸਿਰਜਣ ਹੁੰਦਾ ਜੀ, ਰੂੜੀਆਂ ਦੀ ਵਰਤੋਂ ਕਰਦੇ ਨੇ, ਸਾਰਾ ਕੁਝ ਸਹੀ ਹੈ ਜੀ। ਜਿੱਥੇ ਸੁਖਾਂਤਕ ਅਤੇ ਦੁਖਾਂਤਕ ਦੋਵੇਂ ਰੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉੱਥੇ ਜੰਗਨਾਮਾ ਸਿਰਫ ਦੁਖਾਂਤਕ ਰੂਪ ਵਿੱਚ ਪੇਸ਼ ਕੀਤਾ ਜਾਂਦਾ। ਜਦੋਂ ਆਪਾਂ ਜੰਗਨਾਮੇ ਦੇਖਦੇ ਹਾਂ ਜੀ, ਉਹਨਾਂ ਦੇ ਵਿੱਚ ਆਪਣੇ ਵਾਲਿਆਂ ਨੇ ਲਿਖੇ ਹੋਏ ਨੇ ਜੀ, ਜੰਗਨਾਮੇ ਸੂਰਮਿਆਂ ਦੀ ਗਾਥਾ ਨੂੰ ਬਿਆਨ ਕਰਦੇ ਨੇ ਜੀ, ਦੁਖਾਂਤ ਪੇਸ਼ ਹੁੰਦਾ ਜੀ। ਤਾਂ ਇਹ ਸਹੀ ਹੈ। ਤਾਂ ਕਿਉਂਕਿ ਜੀ ਵਾਰ ਭਾਰਤੀ ਰੂਪਾਕਾਰ ਪਰੰਪਰਾ ਦੇ ਵਿੱਚ ਰੱਖਦੀ ਹੈ ਜੀ, ਜੰਗਨਾਮਾ ਸਾਮੀ ਇਰਾਨੀ ਪਰੰਪਰਾ ਦੇ ਨਾਲ ਸੰਬੰਧ ਰੱਖਦਾ। ਇਹ ਵੀ ਦੋਨੇ ਸਹੀ ਨੇ ਜੀ, ਦੋਵੇਂ ਆਨਸਰ ਸਹੀ ਨੇ। ਤਾਂ ਇਹਦਾ ਆਨਸਰ ਆਪਸ਼ਨ ਦੇ ਵਿੱਚੋਂ ਫਸਟ ਹੀ ਆਪਣਾ ਸਹੀ ਹੋਏਗਾ ਜੀ। ਉਸ ਤੋਂ ਬਾਅਦ ਸ਼ਲੋਕਾਂ ਦੀ ਆਪਾਂ ਗੱਲ ਕਰੀਏ ਜੀ, ਤਾਂ ਉਹਦੇ ਵਿੱਚੋਂ ਜੀ ਸ਼ਲੋਕਾਂ ਅਤੇ ਵਾਰਾਂ ਦੀ ਆਪਾਂ ਗੱਲ ਕਰਦੇ ਹਾਂ, ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਸ਼ਲੋਕਾਂ, ਵਾਰਾਂ ਅਤੇ ਵਧੀਕ ਜੋ ਸਿਰਲੇਖ ਨੇ ਜੀ, ਸਿਰਲੇਖ ਦੇ ਹੇਠ ਕਿਹੜੇ ਕਿਹੜੇ ਦੇ ਕੁੱਲ ਕਿੰਨੇ ਨੇ ਜੀ, ਉਹਨਾਂ ਦੀ ਗਿਣਤੀ ਪੁੱਛੀ ਗਈ ਹੈ। ਜੇ ਤੁਸੀਂ ਆਨਸਰ ਕਰਨਾ ਤਾਂ ਸਹੀ ਆਨਸਰ ਇਹਦਾ 4th ਹੈਗਾ ਜੀ, 152। ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਕਾਫੀਆਂ ਲਿਖਣ ਵਾਲੇ ਜਿਹੜੇ ਸੂਫੀ ਕਾਫੀਆਂ ਦਾ ਸਹੀ ਜੁੱਟ ਕਿਹੜਾ ਜੀ? ਕਾਫੀ ਲਿਖੀ ਹੈ ਜੀ ਜਿਨ੍ਹਾਂ ਨੇ, ਉਹ ਇੱਕ ਕਾਲ ਦੀ ਵੰਡ ਕੀਤੀ ਗਈ ਆ, ਉਹਨਾਂ ਦੇ ਵਿੱਚੋਂ ਸਹੀ ਕਾਲ ਵੰਡ ਕਿਸ ਦਾ ਹੈ? ਤਾਂ ਉਹਦੇ ਵਿੱਚੋਂ ਆਪਾਂ ਦੇਖਦੇ ਹਾਂ, ਬੁੱਲੇ ਸ਼ਾਹ ਦੀ ਗੱਲ ਕਰਦੇ ਹਾਂ ਜੀ, ਬਟਾਲਵੀ ਗੁਲਾਮ, ਇਹ ਜਿਹੜਾ ਹੈਗਾ ਇਹਨਾਂ ਦਾ ਨਹੀਂ ਜੁੱਟ ਬਣ ਰਿਹਾ। ਗੁਲਾਮ ਦੀ ਵੀ ਗੱਲ ਕਰ ਰਹੇ ਹਾਂ ਜੀ, ਸ਼ਾਹ ਸਰਫ, ਬਟਾਲਵੀ, ਬੁੱਲੇ ਸ਼ਾਹ, ਇਹ ਇਹਨਾਂ ਦਾ ਸਹੀ ਲੱਗ ਰਿਹਾ ਜੀ ਕੁਛ ਹੱਦ ਤੱਕ ਆਪਾਂ ਦੇਖਦੇ ਹਾਂ ਤਾਂ ਬਾਕੀਆਂ ਦੇ ਮੁਕਾਬਲੇ। ਤਾਂ ਉਹਦੇ ਵਿੱਚੋਂ ਦੇਖਿਓ ਜੀ, ਗੁਲਾਮ ਫਰੀਦ ਐਂਡ ਹੈ ਜੀ। ਤਿੰਨੇ ਆਪਸ਼ਨਾਂ ਦੇ ਵਿੱਚ ਇੱਕ ਪਹਿਲਾਂ ਹੀ ਕੱਟਿਆ ਗਿਆ ਜੀ ਆਪਣੇ ਵਿੱਚੋਂ। ਤਿੰਨਾਂ ਦੇ ਵਿੱਚੋਂ ਦੇਖਦੇ ਹਾਂ ਜੀ ਇਹਦੇ ਵਿੱਚੋਂ ਸਹੀ ਕਰਮ ਕਿਹੜਾ ਜੀ? ਠੀਕ ਹੈ, ਤਾਂ ਉਹਦੇ ਵਿੱਚੋਂ ਬੁੱਲੇ ਸ਼ਾਹ 3rd ਦੇ ਵਿੱਚ ਆਉਂਦਾ ਜੀ। ਤਾਂ ਫਸਟ ਦੀ ਆਪਾਂ ਗੱਲ ਕਰੀਏ, ਸ਼ਾਹ ਸਰਫ ਤੋਂ, ਬਟਾਲਵੀ ਤੋਂ ਹੁੰਦੀ ਹੈ ਜੀ। ਇਹਦਾ ਸਹੀ ਆਨਸਰ ਫਸਟ ਵਾਲਾ। ਠੀਕ ਹੈ, ਵਿਚਕਾਰ ਆਉਂਦਾ ਜੀ। ਠੀਕ ਹੈ, ਗੁਲਾਮ ਫਰੀਦ ਐਂਡ ਕਰਦਾ। ਤਾਂ ਇਹਦੇ ਆਪਸ਼ਨਾਂ ਦਾ ਇਸ ਤਰ੍ਹਾਂ ਦੇਖ ਲਿਆ ਕਰੋ ਜੀ, ਤਿੰਨਾਂ ਦੇ ਵਿੱਚ ਕਾਮਨ ਨੇ, ਇੱਕ ਆਨਸਰ ਪਹਿਲਾਂ ਹੀ ਕੱਟਿਆ ਗਿਆ। ਤਿੰਨਾਂ ਦੇ ਵਿੱਚੋਂ ਆਪਾਂ ਦੇਖਾਂਗੇ ਤਾਂ ਬੁੱਲੇ ਸ਼ਾਹ ਦੀ ਆਪਾਂ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚੋਂ ਵਿਚਕਾਰ ਆਉਂਦੇ ਆ ਜੀ, ਉਹਨਾਂ ਦੇ ਗੁਲਾਮ ਫਰੀਦ ਐਂਡ ਕਰਦੇ ਨੇ। ਤਾਂ ਉਹ ਤੁਸੀਂ ਆਨਸਰ ਲਗਾ ਸਕਦੇ ਹੋ ਸੌਖੇ ਤਰੀਕੇ ਨਾਲ। 12 ਮਾਹ ਦੇ ਜੀ ਗੱਲ ਕਰੀਏ ਜੀ, ਉਹਨੂੰ ਪ੍ਰਭਾਸ਼ਕ ਲੱਛਣ ਕੀ ਹੋ ਸਕਦੇ ਨੇ ਜੀ? ਉਹਦੇ ਵਿੱਚ ਕੀ ਕੀ ਗੱਲ ਕੀਤੀ ਹੋਈ ਆ, ਆਪਾਂ ਉਹਦੀ ਗੱਲ ਕਰਨੀ ਹੈ ਜੀ। 12 ਮਾਹ ਦੇ ਵਿੱਚ ਕੀ ਗੱਲ ਕੀਤੀ ਹੋਈ ਹੈ ਜੀ, ਦੱਸ ਕੇ ਫਿਰ। ਤਾਂ ਇਹਦੇ ਵਿੱਚ ਨਿਸ਼ਚਿਤ ਸੰਦ ਪ੍ਰਬੰਧ ਹੈ ਨਹੀਂ ਹੈ ਜੀ, ਇਹਦੇ ਵਿੱਚ ਦੇਸੀ ਮਹੀਨਿਆਂ ਦਾ ਆਧਾਰ ਹੈ ਜੀ। 12 ਮਹੀਨਿਆਂ ਦੀ ਗੱਲ ਕੀਤੀ ਹੈ ਤਾਂ ਦੇਸੀ ਮਹੀਨੇ ਹੋਣਗੇ ਜੀ। ਸਥਿਰ ਪ੍ਰਵਾਹ ਨਹੀਂ ਜੀ, ਇਹ ਵੀ ਨਹੀਂ ਹੈ ਜੀ। ਪ੍ਰਕਿਰਤੀ ਚਿਤਰਨ ਹੈ ਜੀ, ਹਾਂ ਇਹ ਵਾਲਾ ਮਿਲਦਾ ਜੀ। ਇਹਦੇ ਵਿੱਚੋਂ ਦੂਜਾ ਆਪਸ਼ਨ ਮਿਲ ਰਿਹਾ ਜੀ, ਆਪਣੇ ਕੋਲ ਚੌਥਾ ਮਿਲ ਰਿਹਾ। ਤਾਂ ਸਹੀ ਆਨਸਰ 4th ਹੋਏਗਾ। ਉਸੇ ਤਰ੍ਹਾਂ ਜੀ ਚਿੰਤਕ ਅਤੇ ਉਹਨਾਂ ਦੀਆਂ ਰਚਨਾਵਾਂ ਦਿੱਤੀਆਂ ਗਈਆਂ ਨੇ ਜੀ, ਇਹਨਾਂ ਦੀ ਮੈਚਿੰਗ ਕਰਨੀ ਹੈ। ਤਾਂ ਤੁਸੀਂ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਦੱਸੋ ਜੀ, ਕਿਹੜੀ ਰਚਨਾ ਕਿਹਦੇ ਨਾਲ ਮੈਚ ਕਰਦੀ ਹੈ। ਜਾਰਜ ਲੁਕਾਸ ਦੀ ਆਪਾਂ ਗੱਲ ਕਰੀਏ ਜੀ, ਉਹਨਾਂ ਦੇ ਥਿਊਰੀ ਆਫ ਨਾਵਲ ਦੇ ਨਾਲ ਸੰਬੰਧਿਤ ਹੈ। ਤੁਹਾਨੂੰ ਇੱਕ ਵੀ ਬੁੱਕ ਪਤਾ ਲੱਗ ਗਈ ਤਾਂ ਸਾਰੇ ਆਨਸਰ ਤੁਹਾਡੇ ਮਿਲਦੇ ਜਾਣਗੇ। ਉਸ ਤੋਂ ਬਾਅਦ ਕਈ ਬੁੱਕਸ ਦਾ ਤੁਹਾਨੂੰ ਨਾਮ ਹੋਏਗਾ ਜੀ। ਟੈਰੀ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਹਾਊ ਟੂ ਰੀਡ, ਇਹਨਾਂ ਦੀ ਪੋਇਮ ਕਾਫੀ ਜ਼ਿਆਦਾ ਪ੍ਰਸਿੱਧ ਹੈਗੀ ਹੈ, ਤੁਸੀਂ ਜਾਣਦੇ ਹੋਵੋਗੇ। ਤਾਂ ਜਿਹੜੇ ਤੁਹਾਨੂੰ ਪਹਿਲਾਂ ਪਤਾ ਨਹੀਂ ਉਹਨਾਂ ਨੂੰ ਫਸਟ 'ਤੇ ਕਰ ਲਓ, ਅਤੇ ਬਾਕੀ ਆਪਸ਼ਨ ਤੁਹਾਨੂੰ ਬਾਅਦ ਦੇ ਵਿੱਚ ਮਿਲ ਜਾਣਗੇ। ਤਾਂ ਉਹਦੇ ਵਿੱਚੋਂ ਆਪਾਂ ਗੱਲ ਕਰਦੇ ਹੋਏ ਤਾਂ ਰੋਬਰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਰਚਨਾ ਹੈਗੀ ਹੈ ਉਹ ਪੋਇਟਰੀ ਦੇ ਨਾਲ ਸੰਬੰਧਿਤ ਹੈ ਜੀ। ਅਤੇ ਲਾਸਟ ਦੀ ਆਪਾਂ ਗੱਲ ਕਰੀਏ ਜੀ ਤਾਂ ਲਾਸਟ ਆਪਸ਼ਨ ਇੱਕੋ ਹੀ ਬਣਦਾ ਜੀ। ਠੀਕ ਹੈ, ਬਾਕੀ ਸਾਰੇ ਇਹਦੇ ਆਪਸ਼ਨ ਦੇ ਵਿੱਚੋਂ ਆਪਾਂ ਦੇਖੀਏ ਜੀ, ਫਸਟ ਦਾ ਸੀ ਇਹਨਾਂ ਦੇ ਵਿੱਚੋਂ ਹੈ ਜੀ। ਤਾਂ ਇਹਦਾ ਸਹੀ ਆਪਸ਼ਨ ਬਣ ਜਾਏਗਾ 3rd ਦਾ A D ਔਰ। ਠੀਕ ਹੈ ਜੀ, ਇਹ ਵਾਲਾ ਸਹੀ ਆਨਸਰ ਹੈ, ਤੁਸੀਂ ਇਹਨੂੰ ਚੈੱਕ ਕਰ ਲੈਣਾ ਜੀ। ਰੁਦਰਟ ਅਨੁਸਾਰ ਕਾਵ ਹੇਤੂ ਕੀ ਹੈ ਜੀ? ਠੀਕ ਹੈ ਜੀ, ਰੁਦਰਟ ਦੀ ਆਪਾਂ ਗੱਲ ਕਰਦੇ ਹਾਂ, ਕਾਵ ਹੇਤੂ ਉਹਦੇ ਵਿੱਚ ਕੀ ਚੀਜ਼ ਹੈ ਉਸ ਦਾ ਆਪਾਂ ਵਰਣਨ ਕਰੀਏ ਤਾਂ ਉਹਦੇ ਵਿੱਚ ਕੀ ਹੋ ਸਕਦਾ ਜੀ? ਲੋਕ ਵਿਦਿਆ, ਇਹ ਨਹੀਂ ਹੋ ਸਕਦਾ। ਰੁਦਰ ਭਾਵ ਸ਼ਕਤੀ ਦੇ ਨਾਲ ਸੰਬੰਧਿਤ ਹੈ ਜੀ।
ਤਾਂ ਸ਼ਕਤੀ ਦੇ ਨਾਲ ਸੰਬੰਧਿਤ ਇੱਕੋ ਹੀ ਹੈ ਜੀ, ਸ਼ਕਤੀ ਵਿਉਂਤਪਤੀ ਅਭਿਆਸ ਕਰਨ ਦੇ ਨਾਲ ਸੰਬੰਧਿਤ ਹੈ ਜੀ। ਠੀਕ ਹੈ, ਵਿੱਦਿਆ ਦੀ ਗੱਲ ਨਹੀਂ ਕਰਦਾ ਜੀ, ਪਹਿਲਾਂ ਹੀ ਸ਼ਕਤੀ ਦੀ ਗੱਲ ਕਰੇਗਾ। ਰੁਦਰ ਰੂਪ ਜਿਹੜਾ ਹੁੰਦਾ ਗਾ, ਤੁਸੀਂ ਇੱਥੋਂ ਅੰਦਾਜ਼ਾ ਲਾ ਲਿਓ, ਸ਼ਕਤੀ ਦੀ ਗੱਲ ਕਰਦੇ ਆ। ਰਸ ਸੰਪਰਦਾਇ ਦੇ ਅਨੁਸਾਰ ਸਥਾਈ ਭਾਵ ਉਤਪੰਨ ਕਰਨ ਵਾਲੇ ਵਿਭਾਵਾਂ ਨੂੰ ਕੀ ਕਿਹਾ ਜਾਂਦਾ ਹੈ? ਸਥਾਈ ਜੋ ਉਹ ਭਾਵ ਪੈਦਾ ਹੁੰਦੇ ਨੇ ਜੀ, ਉਸ ਦਾ ਤੁਸੀਂ ਆਨਸਰ ਦੱਸਣਾ ਜਾਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਜੀ, ਇਹਦਾ ਸਹੀ ਆਨਸਰ ਕੀ ਹੋਏਗਾ ਜੀ। ਮੈਂ ਉਹਨੇ ਵੇਟ ਕਰ ਰਿਹਾ, ਤਾਂ ਕੋਸ਼ਿਸ਼ ਕਰਿਓ ਜੀ ਇਹਦਾ ਸਹੀ ਆਨਸਰ ਦੇਣ ਦੀ ਕੋਸ਼ਿਸ਼ ਕਰਨਾ। ਤਾਂ ਉਹਦੇ ਵਿੱਚੋਂ ਸਹੀ ਆਨਸਰ ਕੀ ਹੈ? ਤਾਂ ਉਹ ਸੀਗਾ ਅਨੁਭਾਵ ਨਹੀਂ ਹੈ ਜੀ, ਸੰਚਾਰੀ ਭਾਵ ਨਹੀਂ ਹੈ ਜੀ, ਉਦੀਪਨ ਨਹੀਂ ਹੈ, ਤਾਂ ਅਲੰਬਨ ਹੁੰਦਾ ਜੀ ਇਹਦੇ ਵਿੱਚ ਸਥਾਈ ਭਾਵ। ਵਰਨਾਂ ਦੀ ਵਿਸ਼ੇਸ਼ ਢੰਗ ਨਾਲ ਜੜਤ ਦੀ ਰੀਤੀ ਜੋ ਗੱਲ ਕੀਤੀ ਗਈ ਹੈ ਜੀ, ਜਿਹੜੀ ਕਾਵ ਗੁਣਾ ਦੇ ਅਨੁਸਾਰ ਕੀਤੀ ਜਾਂਦੀ ਹੈ, ਇਹ ਕਥਨ ਕਿਸ ਦਾ ਜੀ? 23 ਨੰਬਰ ਸਵਾਲ ਦੀ ਆਪਾਂ ਗੱਲ ਕਰਨੀ ਹੈ ਜੀ, ਵਰਨਾਂ ਦੀ ਵਿਸ਼ੇਸ਼ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚੋਂ ਇਹ ਕਿਸ ਨੇ ਕਿਹਾ ਜੀ ਇਹ ਗੱਲ? ਮੰਮਟ ਉਹਨਾਂ ਨੇ ਕਹੀ ਹੈ ਜੀ। ਗ੍ਰੰਥ ਜਿਹੜਾ ਕਾਵਿਆ ਮੁਆਸਾ ਕਿਸ ਦੀ ਰਚਨਾ ਜੀ? ਸਾਰੇ ਕਮੈਂਟ ਬਾਕਸ ਵਿੱਚ ਦੱਸਿਓ ਜੀ, ਸਾਰਿਆਂ ਨੂੰ ਪਤਾ ਹੋਏਗਾ, ਤਕਰੀਬਨ ਸਭ ਨੂੰ ਪਤਾ ਹੋਏਗਾ ਜੀ। ਜਲਦੀ ਆਨਸਰ ਕਰਨਾ ਜੀ। ਇਹ ਜੀ ਰਾਜ ਸ਼ੇਖਰ ਦੀ ਰਚਨਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ, ਸਮਕਾਲੀ ਪੱਛਮੀ ਸਾਹਿਤ ਦਾ ਸਿਧਾਂਤ ਮੂਲ ਆਧਾਰ ਕਹਿ ਲਓ ਜੀ, ਮੂਲਕ ਜੁੱਟ ਕਿਹੜਾ ਹੈਗਾ? ਉਹਦੇ ਵਿੱਚ ਕਿਹੜੀ ਸਮਕਾਲੀ ਪੱਛਮੀ ਸਿਧਾਂਤ ਹੈ ਜੋ ਉਹਦਾ ਆਧਾਰ ਬਿੰਦੂ ਕੀ ਹੈ? ਕਿਸ 'ਤੇ ਉਹ ਬੇਸ ਕਰਦਾ ਗਾ ਜੀ? ਮਤਲਬ ਕਾਹਦੇ 'ਤੇ? ਨੀਂਹ ਉਸਾਰ 'ਤੇ ਨਹੀਂ ਹੈ ਜੀ, ਪਾਠ ਪ੍ਰਵਚਨ 'ਤੇ ਹੋ ਸਕਦਾ ਜੀ, ਬਣਤਰ ਬਣਤਰ 'ਤੇ ਨਹੀਂ ਜੀ, ਚਿੰਨ ਸੰਰਚਨਾ 'ਤੇ ਨਹੀਂ ਹੈ ਜੀ। ਸਮਕਾਲੀ ਇਹ ਹੈਗਾ ਜੀ ਪਾਠ ਅਤੇ ਪ੍ਰਵਚਨ ਦੀ ਇਹਦੇ ਵਿੱਚ ਗੱਲ ਆਪਾਂ ਨੂੰ ਮਿਲਦੀ ਹੈ। 26 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਜੀ, ਮਾਰਕਸਿਜ਼ਮ ਦੀ ਆਪਾਂ ਫਿਲੋਸਫੀ ਦੀ ਗੱਲ ਕਰਦੇ ਹਾਂ ਜੀ, ਕਿਸ ਦੀ ਆਫ ਲੈਂਗੁਏਜ ਕਿਸ ਦੀ ਪੁਸਤਕ ਹੈ ਜੀ? ਸਾਰਿਆਂ ਨੂੰ ਪਤਾ ਹੈਗੀ, ਫਸਟ ਆਨਸਰ ਹੈ ਜੀ VN ਦੀ। ਤਾਂ ਉਸ ਤੋਂ ਬਾਅਦ ਆਪਾਂ ਕਥਨ ਦੀ ਆਪਾਂ ਗੱਲ ਕਰਦੇ ਹਾਂ ਜੀ, ਤਾਂ ਉਹਦੇ ਵਿੱਚ ਕਿਹੜੇ ਕਥਨ ਨੇ ਦਿੱਤੇ ਗਏ ਨੇ ਜੀ? ਕੁਛ ਆਪਾਂ ਨੂੰ ਕਥਨ ਕਿਹੜੇ ਸਹੀ ਨੇ, ਕਿਹੜੇ ਗਲਤ ਨੇ, ਆਪਾਂ ਉਹ ਦੱਸਣੇ ਨੇ। ਤਾਂ ਆਪਾਂ ਫਸਟ ਦੇਖਦੇ ਹਾਂ ਜੀ, ਫਸਟ ਕਥਨ ਕੀ ਕਹਿੰਦਾ ਗਾ? ਫਸਟ ਕਥਨ ਕਹਿੰਦਾ ਜੀ, ਸਾਹਿਤਕ ਭਾਸ਼ਾ ਕਦੇ ਵੀ ਅਸਲ ਵਸਤੂਆਂ ਦੀ ਪੇਸ਼ਕਾਰੀ ਨਹੀਂ ਕਰਦੀ। ਸਹੀ ਹੈ ਜੀ, ਉਹਨਾਂ ਦੇ ਗਲਪੀ ਰੂਪ ਭਾਵ ਕਦੇ ਨਾਟਕ ਦੇ ਵਿੱਚ ਪੇਸ਼ ਕਰਦੀ ਹੈ, ਕਦੇ ਕਾਸੇ ਦੇ ਵਿੱਚ। ਇਸੇ ਕਰਕੇ ਗਲਪੀ ਭਾਸ਼ਾ ਮਨਾਂ ਵਿੱਚ ਕਾਲਪਨਿਕ ਵਸਤੂਆਂ ਦੀ ਸਿਰਜਣਾ ਕਰਦੀ ਹੈ। ਹਾਂਜੀ, ਸਾਰਿਆਂ ਨੂੰ ਸਹੀ ਹੈ ਕਿ ਉਹ ਕਿਸ ਤਰ੍ਹਾਂ ਦਾ ਦ੍ਰਿਸ਼ ਪੇਸ਼ ਕਰਨਾ ਚਾਹੁੰਦਾ, ਨਾਵਲਕਾਰ, ਨਾਟਕਕਾਰ, ਕਹਾਣੀਕਾਰ, ਉਹਦੇ ਰੂਪਾਂ ਦੇ ਅਨੁਸਾਰ ਹੁੰਦਾ ਜੀ। ਕਿਉਂਕਿ ਸਾਹਿਤਕ ਭਾਸ਼ਾ ਵਿੱਚ ਵਸਤੂ ਨਹੀਂ ਸਗੋਂ ਸ਼ੁੱਧ ਰੂਪ ਦੇ ਸੰਦਰਭ ਵਿੱਚ ਹੋਂਦਸ਼ੀਲ ਹੁੰਦੀ ਹੈ ਜੀ। ਠੀਕ ਹੈ ਜੀ, ਇਹ ਵੀ ਸਹੀ ਹੈ, ਦੋਨੇ ਸਹੀ ਨੇ ਆਪਣੇ ਆਨਸਰ। ਤਾਂ ਆਪਸ਼ਨ ਦੇ ਵਿੱਚ ਕਿਹੜੇ ਆਨਸਰ ਬਣੇਗਾ ਜੀ? ਫਸਟ ਇਹਦਾ ਸਹੀ ਆਨਸਰ ਹੈ ਜੀ, ਦੋਵੇਂ ਇਹਦੇ ਵਿੱਚ ਸ਼ਾਮਲ ਨੇ। ਇੱਕੋ ਪ੍ਰਣਾਲੀ ਨਾਲ ਸੰਬੰਧਿਤ ਚਿੰਤਕਾਂ ਦਾ ਸਹੀ ਵਰਗ ਕਿਹੜਾ ਜੀ? ਇੱਕੋ ਕੈਟਾਗਰੀ ਦੇ ਨਾਲ ਸੰਬੰਧਿਤ ਜੋ ਚਿੰਤਕ ਨੇ ਜੀ, ਉਹਨਾਂ ਦੇ ਵਰਗ ਦੀ ਆਪਾਂ ਗੱਲ ਕਰਦੇ ਹਾਂ। ਤਾਂ ਸਾਰਿਆਂ ਨੂੰ ਦੇਖ ਲੈਣਾ ਜੀ, ਤੁਸੀਂ ਚੰਗੀ ਤਰ੍ਹਾਂ ਦੇਖ ਕੇ ਸੋਚ ਕੇ ਇਹਨਾਂ ਦੇ ਵਿੱਚੋਂ ਚੰਗੀ ਤਰ੍ਹਾਂ ਦੇਖ ਲਿਓ ਜੀ ਕਿਹੜਾ ਵਰਗ ਕਿਹਦੇ ਨਾਲ ਸੰਬੰਧਿਤ ਹੈਗਾ। ਤਾਂ ਇਹਦਾ ਸਹੀ ਆਨਸਰ ਲਾਸਟ ਵਾਲਾ ਜੀ, ਹੋਮੀ ਭਾਪਾ ਅਤੇ ਇਜਾਦ ਅਹਿਮਦ ਵਰਗਿਆਂ ਦਾ ਜੀ, ਐਡਵਰਡ ਵਰਗਿਆਂ ਦਾ ਇਹ ਵਾਲਾ ਸਹੀ ਆਨਸਰ ਹੈ ਜੀ। ਚੰਗੀ ਤਰ੍ਹਾਂ ਤੁਸੀਂ ਦੇਖ ਲਿਓ, ਸਮਝ ਲਿਓ ਅਤੇ ਉਹਨੂੰ ਸਾਰਿਆਂ ਨੂੰ ਪਹਿਲਾਂ ਦੇਖ ਲਿਓ ਜੀ ਆਨਸਰ ਇਹਦਾ ਕੀ ਬਣਨਾ ਗਾ। 29 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਜੀ, ਸਾਹਿਤਕ ਇਤਿਹਾਸ ਲੇਖਣ ਦੇ ਮੁੱਖ ਸਰੋਕਾਰ ਕੀ ਹੋ ਸਕਦੇ ਆ? ਜਾਂ ਆਪਾਂ ਮੁੱਖ ਸਰੋਕਾਰਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਹੋ ਸਕਦੇ ਆ ਜੀ? ਆਪਾਂ ਉਹਨਾਂ ਦੀ ਗੱਲ ਕਰਾਂਗੇ, ਕਿਹੜੇ ਦੇ ਵਿੱਚ ਆਪਾਂ ਉਹਨਾਂ ਦਾ ਵੰਡ ਕਰਦੇ ਹਾਂ ਜੀ। ਜਦੋਂ ਆਪਾਂ ਸਾਹਿਤਕਾਰ ਪਹਿਲਾਂ ਸਾਹਿਤਕ ਪ੍ਰਵਿਰਤੀਆਂ ਸਾਰਿਆਂ ਦੇ ਵਿੱਚ ਹੋਏਗੀ, ਸਾਰਿਆਂ 'ਚ ਕਾਮਨ ਹੈ ਜੀ, ਜਿਹਦੇ ਵਿੱਚ ਨਹੀਂ ਉਹਨੂੰ ਕੱਟ ਦਈਏ, ਇਹ ਆਪਸ਼ਨ ਨਹੀਂ ਹੋ ਸਕਦਾ। ਤਾਂ ਉਹਦੇ ਵਿੱਚੋਂ ਆਪਾਂ ਗੱਲ ਕਰ ਰਹੇ ਹਾਂ ਜੀ ਸਾਹਿਤਕ ਪ੍ਰਵਿਰਤੀਆਂ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਕਾਲ ਵੰਡ ਦੀ। ਇਹਨਾਂ ਨੇ ਸਪੈਲਿੰਗ ਮਿਸਟੇਕ ਹੀ ਕਰਤੇ ਜੀ, ਇਸੇ ਕਰਕੇ ਕੱਟਿਆ ਗਿਆ ਸਿਰਫ ਕਾਲ ਵੰਡ ਇਹਦੇ ਵਿੱਚ ਸਹੀ ਹੈ, ਇਹਦਾ ਆਨਸਰ ਥਰਡ ਰਹਿ ਜਾਏਗਾ। ਤਾਂ ਸਾਹਿਤਕ ਜੋ ਆਪਾਂ ਗੱਲ ਕਰਦੇ ਹਾਂ ਜੀ, ਤੱਥ ਹੁੰਦੇ ਨੇ ਜੀ, ਉਸ ਤੋਂ ਬਾਅਦ ਕਾਲ ਵੰਡ ਕਰਤੀ, ਫਿਰ ਤੱਥਾਂ 'ਤੇ ਧਿਆਨ ਕਰਦੇ ਹਾਂ, ਥਰਡ ਸਹੀ ਗੱਲ। ਪੰਜਾਬੀ ਸਾਹਿਤਕ ਸਮੀਖਿਆ ਦੀ ਆਪਾਂ ਗੱਲ ਕਰਦੇ ਹਾਂ ਜੀ, ਇਤਿਹਾਸਕਾਰੀ ਦੀ ਨਾਲ ਸੰਬੰਧਿਤ ਵਿਦਵਾਨਾਂ ਦਾ ਸਹੀ ਗੁੱਟ ਕਿਹੜਾ ਜੀ? ਇਤਿਹਾਸਕਾਰੀ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਿਹੜਿਆਂ ਨੂੰ ਆਪਾਂ ਇਤਿਹਾਸਕਾਰੀ ਨਾਲ ਸੰਬੰਧਿਤ ਮੰਨ ਸਕਦੇ ਹਾਂ?
ਕਿਹੜਾ ਜੀ ਦੱਸਿਓ ਕਰਾਂ ਮਾੜਾ ਜਿਹਾ ਕਮੈਂਟ ਕਰਕੇ ਜੀ। ਇਤਿਹਾਸਕਾਰੀ ਦੇ ਨਾਲ ਸੰਬੰਧਿਤ ਪੰਜਾਬੀ ਸਾਹਿਤ ਸਮੀਖਿਆ ਜੀ ਸ਼ਬਦ ਰੱਖਿਓ ਜੀ। ਸਮੀਖਿਆ ਇਕੱਲੀ ਇਤਿਹਾਸਕਾਰੀ ਨਹੀਂ ਹੈ, ਸਮੀਖਿਆ ਇਤਿਹਾਸਕਾਰੀ ਹੈ। ਤਾਂ ਉਹਦੇ ਲਈ ਜੀਤ ਸਿੰਘ ਸੀਤਲ ਅਤੇ ਅਜਮੇਰ ਔਲਖ ਦਾ ਨਾਮ ਆਉਂਦਾ ਜੀ। ਇਕੱਲੀ ਇਤਿਹਾਸਕਾਰੀ ਦੀ ਗੱਲ ਹੋਏਗੀ, ਇਹਦਾ ਆਨਸਰ ਹੋਰ ਹੋਏਗਾ। ਠੀਕ ਹੈ ਜੀ। ਆਧੁਨਿਕ ਸੰਕ੍ਰਾਂਤੀ ਕਾਲ ਕਿਸ ਦੀ ਮੁੱਖ ਵਿਸ਼ੇਸ਼ਤਾ ਦੱਸਣੀ ਹੈ। ਇਸ ਦੀ ਵਿਸ਼ੇਸ਼ਤਾ ਕੀ ਹੈ? ਤਾਂ ਉਹਦੇ ਵਿੱਚ ਕੀ ਹੁੰਦਾ ਜੀ, ਯੁੱਗ ਬੋਧ ਦਾ ਹੁੰਦਾ ਜੀ, ਤਣਾਅ ਹੁੰਦਾ, ਵਿਅਕਤੀਵਾਦ ਹੁੰਦਾ, ਪ੍ਰਵਿਰਤੀਆਂ ਹੁੰਦੀਆਂ, ਇਹ ਸਾਰੇ ਗੁਣ ਉਹਦੇ ਵਿੱਚ ਮੌਜੂਦ ਹੁੰਦੇ ਨੇ। ਠੀਕ ਹੈ ਜੀ। ਇਹ ਸਾਰੇ ਗੱਲਾਂ ਨੂੰ ਤੁਸੀਂ ਧਿਆਨ ਰੱਖਿਓ। ਜੁਝਾਰਵਾਦੀ ਕਾਵਧਾਰਾ ਦਾ ਮੁੱਖ ਵਿਲੱਖਣ ਸਰੋਕਾਰ ਕੀ ਹੁੰਦਾ ਜੀ? ਬਾਕੀ ਚੀਜ਼ਾਂ ਨਾਲੋਂ ਪ੍ਰਗਤੀਵਾਦੀ ਹੋ ਗਿਆ ਜੀ ਇਹਦੇ ਵਿੱਚ, ਤਾਂ ਇਹਨੂੰ ਨਹੀਂ ਮੰਨ ਸਕਦੇ ਜੀ ਆਪਾਂ। ਉਸ ਤੋਂ ਬਾਅਦ ਰੋਹ ਵਿਦਰੋਹ ਜਿਹੜੀਆਂ ਸੰਚਾਰ, ਭਾਸ਼ਾ, ਪ੍ਰਯੋਜਨ, ਮੂਲਕਤਾ ਜੀ, ਇਹ ਕਾਫੀ ਹੱਦ ਤੱਕ ਸਹੀ ਲੱਗਦਾ ਜੀ। ਦੇਖਦੇ ਹਾਂ ਦੂਸਰੇ ਜੀ, ਸਮਾਜਿਕ ਵਿਘਟਨ, ਕ੍ਰਾਂਤੀ, ਇਹਨਾਂ ਦੀ ਵੀ ਗੱਲ ਕੀਤੀ ਹੈ। ਦਮਨ, ਵਿਦਰੋਹ, ਇਨਕਲਾਬ, ਇਹਨਾਂ ਦੀ ਵੀ ਗੱਲ ਹੁੰਦੀ ਹੈ। ਪਰ ਸਾਰਿਆਂ ਨਾਲੋਂ ਆਪਾਂ ਸਹੀ ਦੇਖੀਏ ਤਾਂ ਇਹਦੇ ਆਨਸਰ ਤਾਂ ਉਹਦੇ ਵਿੱਚੋਂ ਸਹੀ ਸਾਰਿਆਂ ਨਾਲੋਂ ਆਉਂਦਾ ਜੀ ਰੋਹ ਵਿਦਰੋਹ, ਸੰਚਾਰ, ਭਾਸ਼ਾ, ਪ੍ਰਯੋਜਨ। ਸਾਰਾ ਪ੍ਰਯੋਜਨ ਵੀ ਹੋਣਾ ਚਾਹੀਦਾ ਜੀ ਉਹਦਾ ਵਿੱਚ। ਜੁਝਾਰਵਾਦ ਵਿੱਚ ਇਕੱਲਾ ਐ ਨਹੀਂ ਹੈ ਇਕੱਲੇ ਤੁਸੀਂ ਕ੍ਰਾਂਤੀਕਾਰੀ ਦੀ ਗੱਲ ਕਰੀ ਜਾਓ, ਵਿਦਰੋਹ ਹੀ ਕਰੀ ਜਾਓ, ਬਟ ਉਹਦੇ ਵਿੱਚ ਇੱਕ ਪ੍ਰਯੋਜਨ ਮੁੱਖ ਰਚਨਾਵਾਂ ਦਾ ਉਦੇਸ਼ ਵੀ ਹੋਣਾ ਚਾਹੀਦਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ, ਫਿਰ ਆਪਣੇ ਕੋਲ ਆ ਗਈ ਸੀਰੀਜ਼। ਉਸੇ ਤਰ੍ਹਾਂ ਹੀ ਲੇਖਕ ਦਿੱਤੇ ਹੋਏ ਨੇ ਜੀ, ਉਹਨਾਂ ਦੀਆਂ ਬੁੱਕਸ ਦਿੱਤੀਆਂ ਹੋਈਆਂ ਨੇ, ਤਾਂ ਉਹਨਾਂ ਦਾ ਤੁਸੀਂ ਮਿਲਾਨ ਕਰਨਾ। ਬਾਬਾ ਬੁੱਧ ਸਿੰਘ ਦੀ ਬੁੱਕ ਸਾਰਿਆਂ ਨੂੰ ਹੀ ਪਤਾ ਜੀ, ਬੰਬੀਹਾ ਬੋਲ। ਠੀਕ ਹੈ ਜੀ। ਤਾਂ ਕਿਰਪਾਲ ਸਿੰਘ ਕਸੇਲ ਦੀ ਬੁੱਕ ਸਾਰਿਆਂ ਨੂੰ ਪਤਾ ਜੀ। ਠੀਕ ਹੈ ਜੀ। ਸਾਹਿਤ ਦੀ ਉਤਪਤੀ ਅਤੇ ਵਿਕਾਸ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਮੌਲਾ ਬਖਸ਼ ਦੀ ਕਿਤਾਬ ਦਾ ਆਪਾਂ ਗੱਲ ਕਰੀਏ ਤਾਂ ਉਹਦਾ ਕੀ ਨਾਮ ਹੈਗਾ, ਦੱਸੋ ਜੀ ਸਾਰਾ ਕਮੈਂਟ ਬਾਕਸ ਦੇ ਵਿੱਚ ਜਾ ਕੇ। ਠੀਕ ਹੈ ਜੀ। ਪੰਜਾਬੀ ਸ਼ਾਇਰਾਂ ਦਾ ਜੋ ਆਪਾਂ ਗੱਲ ਕੀਤੀ ਹੈ ਉਹਨਾਂ ਨੇ ਕੀਤੀ ਹੈ ਜੀ। ਤਾਂ ਲਾਸਟ ਸੁਰਿੰਦਰ ਸਿੰਘ ਕੋਹਲੀ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ ਜੀ। ਤਾਂ ਇਹਦੇ ਵਿੱਚੋਂ ਸਹੀ ਕਰਮ ਦੇ ਅਨੁਸਾਰ ਆਪਾਂ ਵੰਡ ਕਰਦੇ ਹਾਂ, ਤਾਂ ਇਹਦਾ ਆਨਸਰ ਕੀ ਬਣੇਗਾ? ਸੈਕਿੰਡ ਵਾਲਾ ਜੀ। 34 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਜੀ, ਇਹਦੇ ਵਿੱਚ ਆਪਾਂ ਨੂੰ ਫਿਰ ਕਥਨ ਦਿੱਤੇ ਹੋਏ ਨੇ ਜੀ। ਕਥਨਾਂ ਨੂੰ ਆਪਾਂ ਪੜ੍ਹਦੇ ਹਾਂ ਕਿਸ ਤਰ੍ਹਾਂ ਦੇ ਨੇ। ਸਾਹਿਤ ਇਤਿਹਾਸ ਆਲੋਚਨਾ ਸੰਗ੍ਰਹਿ ਨਹੀਂ ਹੈ ਜੀ। ਠੀਕ ਹੈ ਜੀ। ਸਗੋਂ ਇੱਕੋ ਵੇਲੇ ਵਾਚਿਆ ਧਾਰਾ, ਦ੍ਰਿਸ਼ਟ ਅਤੇ ਉਸ ਦਾ ਵਿਸਥਾਰ ਹੁੰਦਾ ਹੈ ਜੀ। ਧਾਰਾ ਦੀ ਦ੍ਰਿਸ਼ਟੀ ਹੁੰਦੀ ਹੈ, ਦ੍ਰਿਸ਼ਟ ਹੁੰਦੀ ਹੈ। ਸਹੀ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਆਪਾਂ ਵੇਖ ਸਕਦੇ ਹਾਂ ਕੀ ਹੋ ਸਕਦਾ ਗਾ। ਇਸ ਇੱਕ ਪ੍ਰਕਾਰ ਦੀ ਆਪਾਂ ਗੱਲ ਕਰਦੇ ਹਾਂ, ਇੱਕ ਪ੍ਰਕਾਰ ਦਾ ਕਹਿ ਲਓ ਜੀ ਵਿਸਥਾਰ ਹੁੰਦਾ। ਮਹਾਨ ਲੇਖਕਾਂ ਤੋਂ ਵੀ ਵਧੇਰੇ ਮਹੱਤਵ ਬਹੁਗਿਣਤੀ ਵਾਲੇ ਜੋ ਹੁੰਦੇ ਆ ਜੀ ਮਹਾਨ। ਠੀਕ ਹੈ ਜੀ। ਆ ਮਹਾਨ ਲੇਖਕਾਂ ਨੂੰ, ਬਹੁਗਿਣਤੀ ਵਾਲੇ ਆ ਮਹਾਨ ਲੇਖਕਾਂ ਨੂੰ ਗੱਲ ਕਰਦੇ ਆ ਜੀ। ਅਤੇ ਕੁਝ ਆਪਾਂ ਗੱਲ ਕਰੀਏ ਜੀ, ਕਿਉਂਕਿ ਉਹਨਾਂ ਦਾ ਵਿਸਥਾਰ ਦਾ ਨਿਰਮਾਣ ਕਰਨ ਵੇਲੇ ਇਹੀ ਉਹ ਲੇਖਕ ਹਨ। ਜਾਂ ਆਪਾਂ ਕੁਝ ਸਮਝਾਉਣ ਦੀ ਕੋਸ਼ਿਸ਼ ਕਰੀਏ ਤਾਂ ਮਹਾਨ ਲੇਖਕਾਂ ਤੋਂ ਵਧੇਰੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਜੀ, ਜਿਹੜੇ ਆ ਮਹਾਨ ਜ਼ਿਆਦਾ ਗਿਣਤੀ 'ਚ ਨੇ ਉਹਨਾਂ ਦੀ ਗੱਲ ਕਰਦੇ ਹਾਂ। ਦੋਵੇਂ ਹੀ ਸਹੀ ਨੇ ਜੀ, ਦੋਨੇ ਜ਼ਰੂਰੀ ਨੇ। ਕੁਝ ਮਹਾਨ ਵੀ ਚਾਹੀਦੇ ਆ ਲੇਖਕ ਆਪਾਂ ਨੂੰ, ਆ ਮਹਾਨ ਵੀ ਚਾਹੀਦੇ ਆ। ਤਾਂ ਇਹਦੇ ਗੁੱਟ ਨੂੰ ਕਿਹੜਾ ਪੇਸ਼ ਕਰਦਾ ਜੀ? ਦੋਵੇਂ ਸਹੀ। ਦੂਜਾ ਨੰਬਰ ਸਵਾਲ ਹੈ ਜੀ, ਆਪਸ਼ਨ ਦੇ ਵਿੱਚ ਆਪਾਂ ਨੂੰ ਆਨਸਰ ਮਿਲ ਜਾਂਦਾ। ਲੋਕਧਾਰਾ ਦਾ ਮੁੱਖ ਅਧਿਐਨ ਖੇਤਰ ਕੀ ਹੁੰਦਾ ਜੀ? ਲੋਕਧਾਰਾ ਕਾਹਦੇ 'ਤੇ ਕਰਦੀ ਹੈ ਜੀ ਗੱਲ? ਸੱਭਿਆਚਾਰਕ ਨਵੀਨਤਾ ਦੀ ਗੱਲ ਹੁੰਦੀ ਹੈ ਜੀ ਲੋਕਧਾਰਾ ਦੇ ਵਿੱਚ। ਦੱਸਿਓ ਜੀ ਕਮੈਂਟ ਕਰਕੇ। ਹੁੰਦੀ ਹੈ ਜੀ। ਮਨੁੱਖੀ ਵਿਵਹਾਰ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਕਰਦੇ ਜੀ। ਨਹੀਂ, ਇਤਿਹਾਸ ਅਤੇ ਧਰਮ ਦੀ ਗੱਲ ਹੁੰਦੀ ਹੈ ਜੀ। ਸੂਖਮ ਕਲਾ ਦੀ ਨਹੀਂ ਕਰਦੇ ਜੀ ਗੱਲ। ਤਾਂ ਇਹਦਾ ਪਹਿਲਾ ਅਤੇ ਤੀਜਾ ਆਪਸ਼ਨ ਦੇ ਵਿੱਚ ਕਿਤੇ ਆਨਸਰ ਹੈ, ਤਾਂ ਇਹਦਾ ਸਹੀ ਆਨਸਰ ਇਹ ਵਾਲਾ ਹੋ ਜਾਏਗਾ। ਬੁਝਾਰਤਾਂ ਦਾ ਨਿਖੇੜ ਬਿੰਦੂ ਕੀ ਹੁੰਦਾ ਜੀ? ਬੁਝਾਰਤਾਂ ਦੀ ਆਪਾਂ ਗੱਲ ਕਰੀਏ ਤਾਂ ਨਿਖੇੜ ਬਿੰਦੂ ਕਿੱਥੋਂ ਆਪਾਂ ਲੱਭ ਸਕਦੇ ਹਾਂ? ਉਹ ਕੀ ਹੋ ਸਕਦਾ ਜੀ ਨਿਖੇੜ ਬਿੰਦੂ? ਦੱਸਿਓ ਜੀ ਆਪਸ਼ਨ ਦੇ ਵਿੱਚ ਜਾ ਕੇ। ਕਰਮ, ਬੋਧ, ਬਿੰਬ, ਸੰਕਲਪ, ਜਿਹੜੀਆਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਲ ਹੁੰਦੀਆਂ ਨੇ। ਉਸੇ ਤਰ੍ਹਾਂ ਫੋਕਲੋਰ ਦੇ ਨਾਲ ਸੰਬੰਧਿਤ ਐਂਡ ਫੋਕ ਲਾਈਫ ਦੇ ਨਾਲ ਸੰਬੰਧਿਤ ਜੋ ਬੁੱਕ ਹੈ, ਇਹ ਕਿਹਨਾਂ ਦੀ ਰਚਨਾ ਜੀ? ਤੁਸੀਂ ਮਾੜਾ ਜਿਹਾ ਕਮੈਂਟ ਕਰਕੇ ਦੱਸਿਓ ਜੀ ਕਿਸ ਦੀ ਰਚਨਾ ਜੀ? ਰਿਚਰਡ ਦੀ ਹੈ ਜੀ ਉਹਨਾਂ ਦੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ, ਫਿਰ ਆਪਣੇ ਕੋਲ ਪਾਠਕ੍ਰਮ ਅਤੇ ਕਥਾ ਆ ਗਈ ਜੀ। ਉਹਨਾਂ ਦਾ ਤੁਸੀਂ ਮਿਲਾਨ ਕਰਨਾ, ਕਿਹੜੀ
ਕਿਸ ਦੇ ਨਾਲ ਸੰਬੰਧਿਤ ਗੱਲ ਕਰਦੇ ਆ ਜੀ। ਅਲਫ ਲੈਲਾ ਕੀ ਚੀਜ਼ ਹੈ ਜੀ? ਉਹਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਨੇ ਜੀ, ਕਥਾਵਾਂ ਨੇ, ਠੀਕ ਹੈ, ਬੁਝਾਰਤਾਂ ਵੀ ਹੁੰਦੀਆਂ ਨੇ ਉਹਦੇ ਵਿੱਚ ਸ਼ਾਮਲ। ਤਾਂ ਇਹ ਕੀ ਹੋ ਗਿਆ ਜੀ? ਬੁਝਾਵਲ ਕਥਾ ਹੋ ਗਈ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਨਮਰੂਦ ਦੀ। ਇਹ ਇਸਲਾਮੀ ਕਹਿ ਲਓ ਜੀ ਅਵਦਾਨ ਹੈ। ਅਤੇ ਪੰਚਤੰਤਰ ਕੀ ਹੈ? ਪੰਚਤੰਤਰ ਦੱਸਿਓ ਜੀ ਕਮੈਂਟ ਕਰਕੇ ਕੀ ਚੀਜ਼ ਹੈ ਪੰਚਤੰਤਰ ਦੇ ਬਾਅਦ। ਇਹਦੇ ਵਿੱਚ ਕੀ ਹੁੰਦੀਆਂ ਜੀ? ਨੀਤੀ ਕਥਾਵਾਂ ਨੇ। ਉਸ ਤੋਂ ਬਾਅਦ ਲਾਸਟ ਕੀ ਬਚਿਆ ਜੀ? ਸੋਸ਼ਟ ਬੀਜਾ। ਇਹ ਕੀ ਹੈ? ਪ੍ਰੀਤ ਕਥਾ। ਤਾਂ ਇਹਦੇ ਆਪਾਂ ਗੱਲ ਕਰੀਏ ਜੀ ਫਸਟ ਦਾ ਸੀ ਆਪਸ਼ਨ ਕਿਹਦੇ ਵਿੱਚ ਮਿਲਦਾ ਜੀ? ਸੈਕਿੰਡ ਦੇ ਵਿੱਚ ਇਹਦਾ ਸਹੀ ਆਨਸਰ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਲੋਕ ਤੋਂ ਕੀ ਭਾਵ ਹੈ? ਲੋਕ ਦੀ ਆਪਾਂ ਗੱਲ ਕਰੀਏ ਜੀ, ਲੋਕ ਕੌਣ ਹੁੰਦੇ ਨੇ ਜੀ? ਜਿਹਦੇ ਵਿੱਚ ਲੋਕ ਸ਼ਬਦ ਉਹਨਾਂ ਲਈ ਵਰਤਿਆ ਜਾਂਦਾ ਜਦੋਂ ਸਾਰਿਆਂ ਦੀਆਂ ਸਾਂਝੀਆਂ ਪਰੰਪਰਾਵਾਂ ਵਾਲਾ ਵਿਅਕਤੀਆਂ ਦਾ ਸਮੂਹ ਹੋਵੇ ਜੀ। ਇਹਦਾ ਸਹੀ ਆਨਸਰ ਹੈ ਜੀ ਸਾਂਝੀਆਂ ਪਰੰਪਰਾਵਾਂ ਵਾਲਾ ਸਮੂਹ। ਜਿਵੇਂ ਲੋਕ ਗੀਤ ਆਪਾਂ ਬੋਲਦੇ ਹਾਂ ਜੀ, ਗੀਤ ਦੇ ਨਾਲ ਲੋਕ ਗੀਤ ਲੱਗ ਜਾਂਦਾ, ਉਸ ਤਰ੍ਹਾਂ ਇਹਦੀ ਐਗਜ਼ਾਮਪਲ ਤੁਸੀਂ ਸਮਝ ਸਕਦੇ ਹੋ। 40 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ, ਇਹਦੇ ਵਿੱਚ ਕਥਨ ਦੇ ਕਾਰਨ ਦਿੱਤੇ ਹੋਏ ਨੇ ਜੀ ਆਪਾਂ ਨੂੰ, ਉਹਨਾਂ ਨੂੰ ਵੇਖਦੇ ਹਾਂ। ਉਹਦੇ ਵਿੱਚ ਕੀ ਕਹਿੰਦੇ ਨੇ? ਸਹੀ ਗਲਤ ਦੱਸਣਾ ਆਪਾਂ। ਲੋਕ ਸਾਹਿਤਕ ਅਤੇ ਸਾਹਿਤ ਦਾ ਅੰਤਰ ਕੇਵਲ ਸੰਚਾਰ ਵਿਧੀ ਦੇ ਉੱਪਰ ਨਹੀਂ ਨਿਰਭਰ ਕਰਦਾ, ਸਗੋਂ ਦੀ ਸਿਰਜਣਾ ਢੰਗ ਉੱਪਰ ਵੀ ਆਧਾਰਿਤ ਹੁੰਦਾ। ਸਹੀ ਹੈ ਜੀ ਇਹ ਗੱਲ ਉਹਨਾਂ ਦੀ, ਕਿਉਂਕਿ ਲੋਕਧਾਰਾ ਦੀ ਸਮੱਗਰੀ ਲੋਕ ਉਤਪੰਨ ਹੁੰਦੀ ਹੈ। ਸਹੀ ਹੈ ਜੀ। ਸਾਹਿਤ ਦੀ ਕਲਮ ਦੀ ਨੋਕ ਤੋਂ, ਇਹ ਜ਼ਰੂਰੀ ਨਹੀਂ ਹੈ ਜੀ। ਕਈ ਵਾਰ ਲੋਕਾਂ ਦੇ ਆਪਾਂ ਬੁਝਾਰਤਾਂ ਦੀ ਗੱਲ ਕਰੇ ਜੀ, ਸੁਣ ਕੇ ਲੋਕ ਕਹਾਣੀਆਂ ਨੇ, ਦੰਤ ਕਥਾਵਾਂ ਨੇ ਜੀ, ਲੋਕਾਂ ਤੋਂ ਲੋਕਾਂ ਤੱਕ ਪਹੁੰਚੀਆਂ ਨੇ, ਤਾਂ ਕਲਮ ਦੀ ਲੋੜ ਨਹੀਂ ਪੈਂਦੀ ਜੀ। ਇਹ ਅੱਧੀ ਕੁ ਗੱਲ ਸਹੀ ਹੈ ਜੀ, ਪਰ ਗਲਤ ਵੀ ਨਹੀਂ ਹੈ। ਤਾਂ ਇਹਦੇ ਵਿੱਚੋਂ ਸਹੀ ਅਤੇ ਅੰਸ਼ਕ ਸਹੀ ਇਹਦਾ ਸਹੀ ਆਨਸਰ ਹੈਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚੋਂ ਵੇਖ ਸਕਦੇ ਹਾਂ ਜੀ ਪੰਜਾਬੀ ਸੱਭਿਆਚਾਰ ਦਾ ਪ੍ਰਮੁੱਖ ਸਮਕਾਲੀ ਝੁਕਾਅ ਕੀ ਹੈ? ਪੰਜਾਬੀ ਆਪਾਂ ਸੱਭਿਆਚਾਰ ਦੀ ਗੱਲ ਕਰੀਏ ਤਾਂ ਪ੍ਰਮੁੱਖ ਝੁਕਾਅ ਕਿਸ 'ਤੇ ਹੈ ਜੀ? ਹੁਣ ਅੱਜ ਕੱਲ੍ਹ ਕਿਸ ਦੀ ਗੱਲ ਹੋ ਰਹੀ ਹੈ? ਪ੍ਰਵਾਸੀ ਅਤੇ ਡਾਇਸਪੋਰਿਕ ਸੱਭਿਆਚਾਰ ਦੀ ਗੱਲ ਹੋ ਰਹੀ ਹੈ, ਉਹਦੀ ਨਿਰਮਾਣਕਾਰੀ ਦੀ ਗੱਲ ਹੋ ਰਹੀ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ 42 ਨੰਬਰ ਦੀ ਗੱਲ ਸਵਾਲ ਦੀ। ਇਹਦੇ ਵਿੱਚ ਆਪਾਂ ਨੂੰ ਫਿਰ ਅਗੇਨ ਦਿੱਤਾ ਹੋਇਆ ਆਪਾਂ ਨੂੰ ਕਥਨ ਅਤੇ ਕਾਰਨ। ਤਾਂ ਉਹਦੇ ਵਿੱਚੋਂ ਆਪਾਂ ਗੱਲ ਦੇਖਦੇ ਹਾਂ ਕਿ ਉਹਦੇ ਵਿੱਚ ਕੀ ਕੀ ਚੀਜ਼ਾਂ ਨੇ ਦਿੱਤੀਆਂ ਹੋਈਆਂ। ਸੱਭਿਆਚਾਰ ਦਾ ਭਾਵ ਕੀ ਹੈ? ਭੂਖੰਡ ਵਿੱਚ ਵਸਦੀ ਹੋਈ ਲੋਕਾਈ ਦੇ ਜੀਵਨ ਢੰਗ, ਰਹਿਣ ਸਹਿਣ ਅਤੇ ਕਦਰਾਂ ਕੀਮਤਾਂ ਨੂੰ ਪੇਸ਼ ਕਰਦਾ ਹੈ। ਸਹੀ ਹੈ ਜੀ। ਇਸ ਵਿੱਚ ਸੱਭਿਆਚਾਰਕ ਸੰਖੇਪਤਾ। ਸਹੀ ਹੈ ਜੀ। ਸੱਭਿਆਚਾਰੀਕਰਨ ਦਾ ਸਿਧਾਂਤ ਵਿਕਸਿਤ ਹੋਇਆ ਹੁੰਦਾ ਹੈ। ਇਹ ਥੋੜ੍ਹਾ ਜਿਹਾ ਸਹੀ ਹੈ ਜੀ, ਥੋੜ੍ਹਾ ਜਿਹਾ ਗਲਤ ਹੈ। ਇਹਨੂੰ ਫਸਟ ਵਾਲਾ ਹੀ ਅੰਸ਼ਕ ਰੂਪ ਦੇ ਵਿੱਚ ਆਪਾਂ ਇਹਨੂੰ ਮੰਨ ਸਕਦੇ ਹਾਂ। ਉਹ ਤੋਂ ਬਾਅਦ ਗੱਲ ਕਰੀਏ ਜੀ ਤਾਂ ਉਹਦੇ ਵਿੱਚੋਂ ਦੇਖਦੇ ਹਾਂ ਗਿੱਧੇ ਦੇ ਮੰਚਨ ਦੀ ਆਪਾਂ ਗੱਲ ਕਰਦੇ ਹਾਂ ਜੀ। ਗਿੱਧੇ ਦੇ ਆਪਾਂ ਪਾਉਣ ਦੇ ਦੌਰਾਨ ਜੀ ਲੋਕ ਨਾਟਕੀ ਭਾਸ਼ਾ ਅਤੇ ਮੰਚਨ ਸਥਾਨ ਨੂੰ ਕੀ ਕਿਹਾ ਜਾਂਦਾ ਜੀ? ਗਿੱਧਾ ਪਾਇਆ ਜਾਂਦਾ ਜਿੱਥੇ ਜੀ, ਉਹਦੀ ਆਪਾਂ ਗੱਲ ਕਰੀਏ ਤਾਂ ਉਹਨੂੰ ਕੀ ਕਹਿੰਦੇ ਆ? ਗਿੱਧਾ ਜੀ ਘੱਗਰੀ ਪੈਡ ਬੋਲਦੇ ਆ ਉਹਨੂੰ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ। ਲੋਕ ਗੀਤ ਦੇ ਭਾਵਨਾਤਮਕ ਲੱਛਣ ਕਿਹੜੇ ਹੁੰਦੇ ਨੇ ਜੀ? ਲੋਕ ਗੀਤ ਬਾਰੇ ਦੱਸਿਓ ਜੀ ਕਮੈਂਟ ਕਰਕੇ, ਕਿਹੜੇ ਲੱਛਣ ਹੁੰਦੇ ਨੇ ਜੀ ਉਹਦੇ? ਲੋਕ ਗੀਤ ਦੀ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਜੀ? ਲੈਅ ਹੁੰਦੀ ਹੈ ਜੀ ਲੋਕ ਗੀਤ ਦੇ ਵਿੱਚ, ਅਖੰਡੀ ਹੁੰਦੀ ਹੈ ਜੀ, ਕਿਰਿਆਤਮਕ, ਉਹ ਵਿਗਿਆਨਕ ਨਿਯਮਾਂ ਦੀ ਨਹੀਂ ਪਾਲਣਾ ਕਰਦੇ ਜੀ, ਉਹ ਭਾਵਨਾਤਮਕ ਹੁੰਦੇ ਨੇ ਜੀ, ਠੀਕ ਹੈ। ਥਰਡ ਅਤੇ ਫੋਰਥ ਸੰਚਿਤ ਹੁੰਦੇ ਨੇ, ਸੰਵੇਦਨਾ ਭਰਪੂਰ ਹੁੰਦੇ ਨੇ ਜੀ। ਇਹਦਾ ਫੋਰਥ ਆਨਸਰ ਸਹੀ ਆਪਾਂ ਗੱਲ ਕਰੀਏ ਤਾਂ ਇਹਦਾ ਸਹੀ ਆਨਸਰ ਹੈਗਾ। ਸੱਭਿਆਚਾਰ ਦੇ ਪਾਠ ਦੇ ਸਰੂਪ ਬੁਨਿਆਦੀ ਤੱਤ ਕਿਹੜੇ ਹੁੰਦੇ ਨੇ ਜੀ? ਸੱਭਿਆਚਾਰ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਕੀ ਚੀਜ਼ਾਂ ਹੁੰਦੀਆਂ ਨੇ ਜੀ? ਭਾਸ਼ਾ ਨਹੀਂ ਹੋਏਗੀ ਜੀ, ਮਾਨਸਿਕ ਭਾਵ, ਰਿਸ਼ਤਾ ਨਾਤਾ ਹੋ ਗਿਆ ਜੀ, ਇਹ ਸਾਰਾ ਕੁਛ ਹੁੰਦਾ ਜੀ, ਸਮੂਹਕ ਅਵਚੇਤਨ ਹੁੰਦਾ ਜੀ, ਸਾਰਾ ਕੁਛ ਇਹਦਾ ਸਹੀ ਆਨਸਰ ਹੈ। ਸਟਾਈਲ ਸ਼ੀਟ ਦਾ ਪ੍ਰਕਾਰਜ ਕੀ ਹੁੰਦਾ ਜੀ? ਇਹਦੇ ਵਿੱਚ ਆਪਾਂ ਗੱਲ ਕਰੀਏ ਜੀ, ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਸ਼ਾਮਲ ਕਰਦੇ ਹਾਂ ਜੀ? ਖੋਜ ਦੇ ਨਾਲ ਸੰਬੰਧਿਤ ਹੁੰਦਾ ਜੀ, ਖੋਜ ਕਾਰਜ ਹੁੰਦਾ ਜੀ। ਇਹਦੇ ਵਿੱਚ ਦਸਤਾਵੇਜ਼ ਦੀ ਵਿਉਂਤ ਤਿਆਰ ਕਰਦੇ ਹਾਂ ਆਪਾਂ, ਠੀਕ ਹੈ। ਇੱਕ ਸਟਾਈਲ ਬਣਾਇਆ ਜਾਂਦਾ, ਇੱਕ ਸੀਟ ਬਣਾਈ ਜਾਂਦੀ ਹੈ, ਵਿਉਂਤ ਬਣਾਉਣੇ ਆ, ਤਿਆਰ ਕਰਦੇ ਹਾਂ ਅਤੇ ਪੇਸ਼ ਕਰਨ ਦੀ ਵਿਧੀ ਹੁੰਦੀ ਇਹਦੇ ਵਿੱਚੋਂ ਸ਼ਾਮਲ ਹੁੰਦੀ ਹੈ। ਇਹਦਾ ਸਹੀ ਆਨਸਰ ਹੈ।
47 ਨੰਬਰ ਸਵਾਲ ਦੀ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਸ਼ਾਮਲ ਕੀਤੀਆਂ ਜਾਂਦੀਆਂ ਨੇ ਉਹਦੀ ਆਪਾਂ ਗੱਲ ਕਰਦੇ ਹਾਂ। ਪ੍ਰਾਚੀਨ ਭਾਰਤੀ ਲਿਪੀਆਂ ਦੇ ਬਾਰੇ ਖੋਜ ਕਿਸ ਨੇ ਕੀਤੀ ਹੈ ਜੀ? ਖੋਜੀ ਦਾ ਨਾਂ ਦੱਸਣਾ ਗਾ ਤੁਸੀਂ, ਕੀ ਨਾਮ ਹੈ ਜੀ? ਹੀਰਾਨੰਦ ਗੌਰੀ ਸ਼ੰਕਰ, ਸਾਰਿਆਂ ਨੂੰ ਪਤਾ ਹੋਏਗਾ ਜੀ, ਸਾਰਿਆਂ ਨੇ ਉਹਨਾਂ ਦਾ ਨਾਮ ਸੁਣਿਆ ਹੋਏਗਾ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ, ਖੋਜ ਦੀ ਗਹਿਰਾਈ ਅਤੇ ਜੀਵੰਤ ਸਰੂਪ ਪ੍ਰਦਾਨ ਕਿਹੜੀ ਚੀਜ਼ ਕਰਦੀ ਹੈ ਜੀ? ਪੁਸਤਕਾਂ ਅਤੇ ਹਵਾਲੇ? ਨਹੀਂ ਜੀ। ਸੰਜੀਦਾ ਖੋਜਾਰਥੀ ਅਤੇ ਅਧਿਆਪਕ? ਨਹੀਂ ਜੀ। ਤਜਰਬੇਕਾਰ ਖੋਜਾਰਥੀ ਅਤੇ ਨਿਗਰਾਨ? ਕੁਛ ਹੱਦ ਤੱਕ ਹੋ ਸਕਦੇ ਆ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ, ਖੋਜ ਪ੍ਰਵਿਰਤੀਆਂ ਵਾਲੇ ਵਿਦਿਆਰਥੀ ਅਤੇ ਵਿਦਵਾਨ, ਇਹਦਾ ਸਹੀ ਆਨਸਰ ਹੋਏਗਾ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਥੋੜ੍ਹਾ ਜਿਹਾ ਇਸ ਤੋਂ ਅੱਗੇ ਕਿ ਆਪਾਂ ਨੂੰ ਫਿਰ ਅਗੇਨ ਪੰਜਾਬੀ ਖੋਜ ਦੀ ਗੱਲ ਕੀਤੀ ਹੋਈ ਹੈ ਅਤੇ ਉਸ ਤੋਂ ਬਾਅਦ ਉਹਨਾਂ ਦਾ ਕੁਛ ਆਪਾਂ ਨੂੰ ਲੇਖਕ ਦਿੱਤੇ ਹੋਏ ਨੇ, ਕਿਹੜੇ ਨੇ, ਕਿਹੜੀ ਪ੍ਰਵਿਰਤੀ ਦੇ ਨਾਲ ਭਾਵ ਪੰਜਾਬੀ ਦੇ ਖੋਜ ਖੇਤਰ ਵਿੱਚ ਯੋਗਦਾਨ ਪਾਇਆ ਅਤੇ ਖੋਜਕਾਰਾਂ ਦੇ ਨਾਮ ਨੇ। ਜਾਂ ਆਪਾਂ ਗੱਲ ਕਰੀਏ ਜੀ ਫਸਟ ਗੁਰਮਤਿ ਕਾਵਿ ਦੇ ਬਾਰੇ ਕਿਸ ਨੇ ਖੋਜ ਕੀਤੀ ਹੈ, ਤਾਂ ਤੁਸੀਂ ਸਾਰਿਆਂ ਨੂੰ ਜਾਣਦੇ ਹੋਵੋਗੇ। ਤਾਂ ਇਹਨਾਂ ਦਾ ਸੰਬੰਧ ਕਿਹਦੇ ਨਾਲ ਹੈ ਜੀ? ਤਰਨ ਸਿੰਘ ਦੇ ਨਾਲ। ਵਿਹਾਰਕ ਅਧਿਐਨ ਦੀ ਸਾਰਿਆਂ ਨੂੰ ਪਤਾ ਜੀ ਇਹਦੇ ਬਾਰੇ, ਵਿਹਾਰਕ ਅਧਿਐਨ ਦੀ ਗੱਲ ਕਰੀਏ ਤਾਂ ਹਰਭਜਨ ਸਿੰਘ ਦਾ ਨਾਮ ਆਉਂਦਾ ਜੀ, ਡਾਕਟਰ ਹਰਭਜਨ ਸਿੰਘ ਦਾ ਨਾਮ ਆਉਂਦਾ। ਉਸ ਤੋਂ ਬਾਅਦ ਹੱਥ ਲਿਖਤਾਂ ਦਾ ਸਾਹਿਤ ਦੀ ਆਪਾਂ ਗੱਲ ਕਰੀਏ ਤਾਂ ਸਾਰਿਆਂ ਨੂੰ ਪਤਾ ਜੀ ਹੱਥ ਲਿਖਤਾਂ, ਤਾਂ ਉਹਨਾਂ ਬਾਰੇ ਕਿਹਨੇ ਜਾਣਕਾਰੀ ਆਪਾਂ ਨੂੰ ਦਿੱਤੀ ਹੈ ਜੀ ਹੱਥ ਲਿਖਤਾਂ ਦੇ ਬਾਰੇ? ਤਾਂ ਪਿਆਰ ਸਿੰਘ ਦੀ ਉਹਨਾਂ ਦੀ ਰਚਨਾ ਹੈਗੀ ਹੈ, ਉਹਨਾਂ ਦੀਆਂ ਦੀ ਦੇਣ ਹੈਗੀ ਹੈ ਜੀ। ਉੱਥੋਂ ਪਾਠ ਸਿਧਾਂਤ ਦੀ ਗੱਲ ਕਰਦੇ ਹਾਂ ਤਾਂ ਤਰਲੋਕ ਸਿੰਘ ਕੰਵਰ ਦੀ, ਉਹਨਾਂ ਦੀ। ਤਾਂ ਆਪਸ਼ਨ ਜਦੋਂ ਆਪਾਂ ਵੇਖਾਂਗੇ ਤਾਂ ਇਹਦੇ ਵਿੱਚੋਂ ਫਸਟ ਦਾ ਸੀ ਹੈਗਾ ਜੀ, ਥਰਡ ਆਨਸਰ ਸਹੀ ਬਣੇਗਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਸੰਬੰਧੀ ਮੁੱਖ ਖੋਜਕਾਰਾਂ ਦਾ ਸਹੀ ਵਰਗ ਕਿਹੜਾ ਜੀ? ਭਾਸ਼ਾ ਦੇ ਬਾਰੇ ਖੋਜਕਾਰਾਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚੋਂ ਸਹੀ ਵਰਗ ਕਿਹੜਾ ਜੀ? ਜੋਗਿੰਦਰ ਸਿੰਘ ਪਰਿਵਾਰ ਸਾਰਿਆਂ 'ਚ ਹੈ ਜੀ। ਤਾਂ ਕੋਸ਼ਿਸ਼ ਕਰਦੇ ਹਾਂ ਜੀ, ਇਹਦੇ ਵਿੱਚ ਫਸਟ ਦੇ ਵਿੱਚ ਹੈ, ਇਹਦੇ ਵਿੱਚ ਵੀ ਹੈਗਾ, ਤਾਂ ਇਹਦੇ ਵਿੱਚ ਨਹੀਂ ਮੌਜੂਦ ਹੈ, ਇਹਦੇ ਵਿੱਚ ਪ੍ਰੇਮ ਪ੍ਰਕਾਸ਼ ਸਿੰਘ ਹੈ ਜੀ। ਠੀਕ ਹੈ, ਤਾਂ ਧਿਆਨ ਨਾਲ ਤੁਸੀਂ ਦੇਖਿਓ ਜੀ, ਇਹਦਾ ਆਪਸ਼ਨ ਸਹੀ ਕਿਹੜਾ ਹੋ ਸਕਦਾ ਜੀ, ਕਮੈਂਟ ਕਰਕੇ ਦੱਸਿਓ। ਤਾਂ ਇਹਦਾ ਫਸਟ ਆਨਸਰ ਇਹਦਾ ਸਹੀ ਹੋਏਗਾ ਜੀ, ਹਰਜੀਤ ਸਿੰਘ ਗਿੱਲ, ਸੰਧੂ ਅਤੇ ਪਵਾਰ ਜੋ ਇਹਦੇ ਆਪਸ਼ਨ ਦੇ ਵਿੱਚੋਂ ਸਹੀ ਨੇ। ਤਾਂ ਉਮੀਦ ਕਰਦਾ ਜੀ ਸਾਰਿਆਂ ਨੂੰ ਆਪਣੇ ਕੁਐਸਚਨਾਂ ਦੇ ਜੋ ਤੁਸੀਂ ਆਨਸਰ ਦਿੱਤੇ ਨੇ ਜੀ ਨਾਲ ਦੀ ਨਾਲ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ, ਬਹੁਤ ਵਧੀਆ ਗੱਲ ਹੈ। ਇਸ ਦੇ ਨਾਲ ਤੁਹਾਡਾ ਹੌਸਲਾ ਵੀ ਵਧੇਗਾ ਤਾਂ ਤੁਹਾਨੂੰ ਇੱਕ ਆਈਡੀਆ ਵੀ ਮਿਲ ਜਾਏਗਾ ਕਿਸ ਤਰ੍ਹਾਂ ਦੇ ਕਿਸ ਲੈਵਲ ਦੇ ਸਵਾਲ ਆਉਂਦੇ ਨੇ, ਆਨਸਰ ਕਿਸ ਤਰ੍ਹਾਂ ਲੱਭੇ ਜਾਂਦੇ ਨੇ। ਥੋੜ੍ਹਾ ਜਿਹਾ ਆਈਡੀਆ ਦੇਣ ਦੀ ਆਪਾਂ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ ਆਈਡੀਆ ਕਿਸ ਤਰ੍ਹਾਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ, ਸਹੀ ਆਨਸਰ ਤੱਕ ਜਾ ਸਕਦੇ ਹਾਂ। ਤਾਂ ਉਮੀਦ ਕਰਦਾ ਕਿ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਏਗੀ ਜੀ। ਵੀਡੀਓ ਨੂੰ ਲਾਈਕ ਕਰਨਾ ਜੀ, ਆਪਦੇ ਦੋਸਤਾਂ ਦੇ ਨਾਲ ਸ਼ੇਅਰ ਕਰ ਦੇਣਾ ਜੀ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਜੀ। ਮਿਲਦੇ ਹਾਂ ਅਗਲੀ ਟੈਸਟ ਦੀ ਜੋ ਸੀਰੀਜ਼ ਹੈ ਪਾਰਟ ਲੈ ਕੇ, ਤਾਂ ਅਗਲੀ ਵੀਡੀਓ ਦੇ ਨਾਲ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ।